ठोकरां खाने फिरदे हो, सरकारी दरबारे जाने हो, थाने कचहरियां च जाने हो, आखिर है रौला की है? उत्थे सरदार कुर्सी ढा के बैठा उतो खिंच के लै गए ने ते मैनू भी लत्थे मार के ते कुड़ी मेरी दे हत्थ च मोबाइल सी खो के बाई बाई मरोड़ के साल का ਜਿਹੜਾ ਮੇਰਾ ਬੇਟਾ ਗਗਨਦੀਪ ਉਹਨਾਂ ਲਾ ਲਿਆ ਸੀ। ਉਹ ਦਿਨ ਮੈਂ 5 ਦਿਨ ਆਪਦੀ ਮੰਜੀ ਤੋਂ ਨਹੀਂ ਸਹੀ ਤੋਂ ਉੱਠੀ। ਮੈਂ ਕਿਹਾ ਹੁਣ ਮੇਰਾ ਪੁੱਤਰ ਨਹੀਂ ਮੈਨੂੰ ਮਿਲਣਾ। ਚਲੋ ਫਿਰ ਵੀ ਨਾਂ ਤਾਂ ਤੁਹਾਡਾ ਹੀ ਵੱਜੂ, ਪੁੱਤਰ ਤਾਂ ਤੁਹਾਡਾ ਹੀ ਰਹਿਣਾ। ਪਰ ਮੇਰੀਆਂ ਅੰਦਰਾਂ ਤੜਫ ਗਿਆ ਤੇ ਜੇ ਉਸ ਜਗ੍ਹਾ ਤੇ ਜਗਜੀਤ ਹਰੀ ਹੋਣਾ ਇਹਨਾਂ ਨੂੰ ਪਤਾ ਲੱਗੇ ਜਿਵੇਂ ਮੇਰਾ ਪੁੱਤਰ ਅਗਲੇ ਖੋਇਆ ਆ, ਮੇਰੀ ਉਹਨਾਂ ਕੋਈ ਮਦਦ ਨਹੀਂ ਕੀਤੀ ਉੱਤੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ, ਹਮੇਸ਼ਾ ਕਿਹਾ ਜਾਂਦਾ ਹੈ ਕਿ ਮਾਪੇ ਕਦੇ ਵੀ ਕਮਾਪੇ ਨਹੀਂ ਹੁੰਦੇ, ਪਰ ਪੁੱਤ ਕਪੁੱਤ ਹੋ ਜਾਂਦੇ ਆ। ਤਾਂ ਅਜਿਹੀ ਇੱਕ ਕਹਾਵਤ ਬਿਲਕੁਲ ਇਦਾਂ ਹੀ ਢੁੱਕਦੀ ਹੈ। ਇੱਕ ਮਾਤਾ ਮੇਰੇ ਨਾਲ ਮੌਜੂਦ ਹੈ, 3 ਧੀਆਂ ਮਾਤਾ ਦੀਆਂ ਮੌਜੂਦ ਹੈ, ਜੋ ਆਪਣਾ ਹੱਕ ਲੈਣ ਲਈ ਦਰ ਦੀਆਂ ਠੋਕਰਾਂ ਖਾ ਰਹੀਆਂ, ਸਰਕਾਰੀ ਦਰਬਾਰੇ ਜਾ ਰਹੀਆਂ, ਥਾਣੇ ਕਚਹਿਰੀਆਂ 'ਚ ਜਾ ਰਹੀਆਂ, ਇੱਥੋਂ ਤੱਕ ਕਿ ਮਹਿਲਾ ਕਮਿਸ਼ਨ ਅਧਿਕਾਰ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਜੀ ਕੋਲ ਵੀ ਪਹੁੰਚੇ ਕਿ ਸਾਨੂੰ ਸਾਡਾ ਹੱਕ ਦਿਵਾਇਆ ਜਾਵੇ। ਸਾਨੂੰ ਜੋ ਸਾਡਾ ਹੱਕ ਜ਼ਮੀਨ ਦਿੱਤੀ ਗਈ ਸੀ ਉਹ ਸਾਡੇ ਭਰਾਵਾਂ ਵੱਲੋਂ ਜ਼ਬਰਦਸਤੀ ਖੋਹ ਲਈ ਗਈ ਹੈ। ਸਾਡੇ ਬਜ਼ੁਰਗ ਨੂੰ ਇਹ ਭੈਣਾਂ ਕਹਿ ਰਹੀਆਂ ਕਿ ਅਗਵਾ ਕਰ ਲਿਆ ਗਿਆ, ਸਾਡੇ ਨਾਮ ਜੋ ਵਸੀਅਤ ਕਰਾਈ ਗਈ ਸੀ ਉਸ ਨੂੰ ਜ਼ਬਰਦਸਤੀ ਤੜਵਾ ਦਿੱਤਾ ਗਿਆ। ਆਖਰ ਕੀ ਮਾਮਲਾ ਹੈ, ਗੱਲਬਾਤ ਕਰਦੇ ਹਾਂ। ਮਾਤਾ ਜੀ ਸਾਡੇ ਨਾਲ ਹੈ। ਮਾਤਾ ਸਤਿ ਸ਼੍ਰੀ ਅਕਾਲ। ਪਹਿਲਾਂ ਕੀ ਨਾਮ ਕੀ ਹੈ ਤੁਹਾਡਾ? ਸਵਿੰਦਰ ਕੌਰ ਜੀ। ਕੀ ਮਾਮਲਾ ਕੀ ਹੈ? ਤੁਸੀਂ ਦਰ ਦੀਆਂ ਠੋਕਰਾਂ ਖਾਣੇ ਫਿਰਦੇ ਹੋ, ਸਰਕਾਰੀ ਦਰਬਾਰੇ ਜਾਂਦੇ ਹੋ, ਥਾਣਿਆਂ ਕਚਹਿਰੀਆਂ 'ਚ ਜਾਂਦੇ ਹੋ, ਆਖਿਰ ਹੈ ਰੌਲਾ ਕੀ ਹੈ? ਪੋਤੀ ਉਹ ਰੌਲਾ ਹੈ, ਮੇਰੀ ਬੱਚੀ 20 ਸਾਲ ਦੀ ਮੇਰੇ ਕੋਲ ਆਈ ਸੀ ਤੇ ਉਹ ਮੇਰੀ ਸਿਹਤ ਸੰਭਾਲ ਕਰਦੀ ਸੀ ਤੇ ਹੁਣ ਜਿਹੜਾ ਹੈ ਉਹ ਸਾਡੇ ਸਰਦਾਰ ਨੇ ਸਾਡੇ ਮਾਵਾਂ ਧੀਆਂ ਦੇ ਨਾਂ ਰਸੀਦ ਸਾਡੇ 5 ਕਿੱਲਿਆਂ ਦੀ ਜਿਹੜੀ ਉਹਦੇ ਨਾਂ ਸੀ, ਉਹਨੇ ਆਖਿਆ ਮੈਨੂੰ ਕੁਝ ਹੋ ਗਿਆ, ਉਹ ਢਿੱਲੇ ਰਹਿੰਦੇ ਸੀ ਤੇ ਮੈਨੂੰ ਕੁਝ ਹੋ ਗਿਆ ਤਾਂ ਤੁਹਾਨੂੰ ਰੋਟੀ ਕਿਸੇ ਨਹੀਂ ਦੇਣੀ। ਕਿੰਨੀਆਂ ਧੀਆਂ ਕਿੰਨੇ ਪੁੱਤ ਆ ਤੁਹਾਡੇ? ਮੇਰੀਆਂ 3 ਬੱਚੀਆਂ ਤੇ 2 ਪੁੱਤ। ਇੱਕ ਮੇਰਾ ਪੁੱਤਰ ਸੁਰਗਵਾਸ ਹੋ ਗਿਆ, ਉਹ ਪੁੱਤਰੇ ਦੇ ਨਾਂ ਪਹਿਲੋਂ ਹੀ ਪੈਰੀ ਕਰਾ ਦਿੱਤੀ ਸੀ 7 ਕਿੱਲੇ। ਮਾਤਾ ਜੀ ਉਮਰ ਕਿੰਨੀ ਤੁਹਾਡੀ? 82 ਸਾਲ ਦੀ। ਤਾਂ 2 ਪਹੀਆਂ ਦਾ ਸੁਮੇਲ ਹੁੰਦਾ ਹੈ ਪਤੀ ਪਤਨੀ, ਤਾਂ ਤੁਹਾਡਾ ਪਤੀ ਬਾਪੂ ਜੀ ਹੁਣੇ ਬਜ਼ੁਰਗ ਫਿਰ ਕਿੱਥੇ ਨੇ? ਉਹ ਖਿੱਚ ਕੇ ਲੈ ਗਏ ਨੇ, ਪਹਿਲੀ ਰਸੀਦ ਕਰਾਈ ਤੋਂ ਹੀ ਉਦੋਂ ਦੂਜੇ ਦਿਨ ਖਿੱਚ ਕੇ ਉਹ ਲੈ ਗਏ ਨੇ। ਉੱਥੇ ਸਰਦਾਰ ਕੁਰਸੀ ਢਾ ਕੇ ਬੈਠਾ ਉਤੋਂ ਖਿੱਚ ਕੇ ਲੈ ਗਏ ਨੇ ਤੇ ਮੈਨੂੰ ਵੀ ਲੱਥੇ ਮਾਰ ਕੇ ਤੇ ਕੁੜੀ ਮੇਰੀ ਦੇ ਹੱਥ 'ਚ ਮੋਬਾਈਲ ਸੀ ਉਹ ਖੋ ਕੇ ਬਾਈ ਬਾਈ ਮਰੋੜ ਕੇ ਕੁੱਟ ਕੇ ਉਹਨੂੰ ਲੈ ਗਏ। ਕੌਣ ਕੌਣ ਲੈ ਕੇ ਗਏ? ਦੋਵੇਂ ਮੇਰੇ ਪੁੱਤਰ ਤੇ ਦੋਵੇਂ ਮੇਰੀਆਂ ਨੂੰਹਾਂ, ਇੱਕ ਪੋਤਰਾ ਤੇ ਇੱਕ ਪੁੱਤਰ ਤੇ 2 ਮੇਰੀਆਂ ਨੂੰਹਾਂ। ਦੂਜੇ ਜੀ ਲਲਕਾਰੇ 'ਚ ਨੇ ਵੀ ਇਹਨੂੰ ਵੱਢ ਕੇ ਬੁੱਢੇ ਨੂੰ ਨਾ, ਇਹਨੇ ਰਸੀਦ ਕਰਾਈ ਨਹੀਂ, ਇਹਨਾਂ ਬੁੱਢੇ ਨੂੰ ਵੱਢ ਕੇ ਦਰਿਆ 'ਚ ਸਾਟਿਆ, ਇਹਨੂੰ ਰਹਿਣ ਨਹੀਂ ਦੇਣਾ ਜਿੰਦਾ। ਜਦੋਂ ਵਸੀਅਤ ਕਰਾਈ ਆ ਉਸ ਤੋਂ ਦੂਜੇ ਦਿਨ ਫਿਰ ਚੁੱਕ ਕੇ ਲੈ ਜਾਂਦੇ? ਦੂਜੇ ਦਿਨ 9 ਵਜੇ ਚੁੱਕ ਕੇ ਲੈ ਗਏ। ਜਿਹੜੀ ਵਸੀਅਤ ਕਿਹਨਾਂ ਦੇ ਨਾਮ, ਤੁਹਾਡੇ ਨਾਮ ਕਰਵਾਈ ਜਾਂਦੀ? ਹਾਂ, ਸਵਿੰਦਰ ਕੌਰ ਦੇ ਤੇ ਦਵਿੰਦਰ ਕੌਰ ਦੇ ਨਾਂ ਕਰਾ ਦਿੱਤੀ ਸੀ। ਕਿੰਨੇ ਕਿੱਲਿਆਂ ਦੀ ਕਰਵਾਈ ਜਾਂਦੀ? 5.5 ਕਿੱਲਿਆਂ ਦੀ। ਮਤਲਬ ਟੋਟਲ ਜ਼ਮੀਨ ਕਿੰਨੀ ਆ ਔਰ ਤੁਹਾਡੀ ਜੱਦੀ ਪੁਸ਼ਤੀ ਜ਼ਮੀਨ ਕਿੰਨੀ ਹੈ? ਜੱਦੂ ਹੀ ਪੁਸ਼ਤੀ ਜ਼ਮੀਨ ਸਾਡੇ ਕੋਲ ਹੈਗੀ ਤਾਂ 21 ਕਿੱਲੇ, ਪਰ ਅਸੀਂ 16.5 ਚੋਂ ਹੱਕ ਮੰਗਣੇ। 16.5 ਚੋਂ ਅਸੀਂ ਹੱਕ ਮੰਗਣੇ। ਜਿਹੜੀ 5.5 ਕਿੱਲੇ ਸੀ ਨਾ ਸਾਡੇ ਨਾਂ, ਉਹ ਸਰਦਾਰ ਨੇ ਸਾਡੇ ਨਾਂ ਕਰਾ ਦਿੱਤੀ। ਜਿਹੜੀ ਬੈ ਲਈ ਸੀ? ਜਿਹੜੀ ਨਾ ਬੈ ਨਹੀਂ, ਸਾਡੀ ਮਾਲਕੀ ਜਿਹੜੀ ਪਾਕਿਸਤਾਨ ਚੋਂ ਚੱਲ ਕੇ ਆਈ ਸੀ। 16.5 ਕਿੱਲਿਆਂ ਚੋਂ ਅਸੀਂ 5.5 ਦਾ ਇੱਕ ਲਿਆ। ਅੱਛਾ, ਜਿਹੜੀ ਜੱਦੀ ਪੁਸ਼ਤੀ 16.5 ਏਕੜ ਜ਼ਮੀਨ ਹੈ, ਤੁਸੀਂ ਉਸ ਚੋਂ ਹਿੱਸਾ ਕਿੰਨਵਾਂ ਹਿੱਸਾ ਮੰਗਦੇ ਹੋ? ਉਹਦੇ ਚੋਂ ਸਾਡੇ ਨਾਂ ਉਹਨਾਂ 2 ਹਿੱਸੇ ਕਰਾ ਲੈਣ ਤੇ ਤੀਜਾ ਹਿੱਸਾ ਸਾਡੇ ਸਰਦਾਰ ਸਾਡੇ ਨਾਂ ਲਵਾ ਦਿੱਤਾ। ਉਹਨੇ ਆਖਿਆ ਮੈਨੂੰ ਤਾਂ ਤੈਨੂੰ ਪਤਾ ਸਾਰੀ ਉਮਰਾਂ ਤੂੰ ਮੈਨੂੰ ਸਾਂਭਿਆ, ਤੂੰ ਮੈਨੂੰ ਧੋਖਾ ਨਹੀਂ ਦਿੰਦੀ, ਤੂੰ ਮੈਨੂੰ ਧੋਖਾ ਨਹੀਂ ਦਿੰਦੀ ਤੇ ਤੈਨੂੰ ਹੀ ਰੋਟੀ ਪਾ ਕੇ ਦੇਣੀ ਕਿਸੇ ਨੇ।
ਤੇ ਇਹਨੂੰ ਰੋਟੀ ਨਹੀਂ ਕਿਸੇ ਦੇਣੀ, ਮੈਂ ਮੁੱਕ ਗਿਆ ਤਾਂ ਕਰਕੇ ਸਰਦਾਰ ਸਾਰੀ ਉਮਰਾਂ ਮੈਂ ਸੇਵਾ ਕੀਤੀ ਸੀ, ਪਹਿਲੋਂ ਲੈ ਕੇ ਉਹ ਬੱਜਲ ਸਨ, ਉਹਨਾਂ ਤੋਂ ਮਾਪਿਆਂ ਨੇ ਧੋਖਾ ਕੀਤਾ, ਰੋਟੀ ਵੀ ਨਹੀਂ ਸੀ ਖਾਧੀ ਜਾਂਦੀ। ਮੈਂ ਪਾਣਾ ਘੋਲ ਕੇ ਤੇ ਮੈਂ 68 ਵਰੇ ਉਹਦੇ ਨਾਲ ਕੱਟੇ ਨੇ ਧੀਆਂ, ਪਰ ਮੈਂ ਮਾਪਿਆਂ ਨੂੰ ਜਾ ਕੇ ਆਖਿਆ ਨਹੀਂ ਆਪਦੇ ਪਿਓ ਨੂੰ ਵੀ ਇਹ ਪਿੰਗਲਾ ਕਿ ਕਿਵੇਂ ਰਜਨੀ ਨੇ ਜਿਵੇਂ ਕੱਟੀ ਸੀ। ਸਾਡੇ ਸਰਦਾਰ ਤਾਂ ਮੇਰੇ ਨਾਲ ਮੋਹ ਪਿਆਰ ਬੜਾ ਸੀ, ਹੁਣ ਤਾਂ ਖਰੇ ਕੀ ਉਹਨੇ ਅੱਜ ਆਖਣਾ ਤੇ ਕੀ ਨਹੀਂ, ਉਹਨੂੰ ਸਮਝਾ ਦੇ ਪਏ ਨੇ ਦਾਬੇ ਨਾਲ ਗੋਲੀ ਨਾਲ ਉਹਦੇ ਤੋਂ ਉਹਨਾਂ ਬਿਆਨ ਦੋਣੇ ਜੀ। ਬਿਆਨ ਸਰਦਾਰ ਨੂੰ ਆਖਣਗੇ ਵੀ ਤੂੰ ਦੇ ਮੈਨੂੰ ਹਾਂ, ਉਹਨੇ ਪਿਆਰ ਦੇ ਨਾਲ ਸਾਡੇ ਮਾਵਾਂ ਧੀਆਂ ਦੇ ਨਾਲ ਰਸੀਦ ਕੀਤੀ। ਉਹਨੇ ਆਖਿਆ ਮੇਰੀ ਧੀ ਧੱਕੇ ਨਾ ਖਾਏ ਵੀ ਵਰਿਆਂ ਦੀ ਮੇਰੀ ਸੀ। ਪੱਕੀ ਤੁਹਾਡੀ ਜ਼ਮੀਨ ਇਹ ਪੱਕੀ ਵਸੀਅਤ ਕਰਾਤੀ ਸੀ ਜਾਂ ਫਿਰ ਇਹ ਸੀ ਕਿ ਬਜ਼ੁਰਗਾਂ ਨੇ ਲਿਖਿਆ ਸੀ ਕਿ ਜਿੰਨਾ ਚਿਰ ਮੈਂ ਬੈਠਾ ਹਾਂ ਉਨਾ ਚਿਰ ਖਰਚਾ ਖਾ ਸਕਦੇ ਆ, ਜਾਂ ਜਿੰਨਾ ਚਿਰ ਤੁਸੀਂ ਚਾਹੁੰਦੇ ਖਰਚਾ ਖਾ ਸਕਦੇ ਹੋ? ਉਹਨਾਂ ਪੱਕੀ ਉਹਨਾਂ ਆਖਿਆ ਜਿਹੜਾ ਤੁਹਾਨੂੰ ਸਾਂਭੇਗਾ ਉਹਨੂੰ ਦਿਆ ਜੇ, ਇਹ ਪਹਿਲੀ ਜਿਹੜਾ ਤੈਨੂੰ ਸਾਂਭੇਗਾ ਨਾ ਮਗਰੋਂ ਉਹਨੂੰ ਦੇ। ਪੱਕੀ ਕਰਾਈ ਸੀ ਉਹਨੇ। ਦੂਜੇ ਦਿਨ ਉਹ ਖਿੱਚ ਕੇ ਲੈ ਗਏ, ਉਹਨਾਂ ਸਾਨੂੰ ਇੰਤਕਾਲ ਹੀ ਨਹੀਂ ਚੜ੍ਹਨ ਦਿੱਤੀ। ਤਾਂ ਕਿੰਨੇ ਸਾਲ ਤੁਸੀਂ ਜਿਹੜੀ ਜ਼ਮੀਨ ਉਹ ਵਾਹੁੰਦੇ ਰਹੇ ਹੋ? ਤੁਹਾਡੇ 5.5 ਕਿੱਲੇ ਜਿਹੜਾ ਤੁਹਾਨੂੰ ਹਿੱਸਾ ਦਿੱਤਾ? ਜਦੋਂ ਜੀ ਅਸੀਂ ਵੱਖਰੇ ਅਸੀਂ 12 ਸਾਲ ਵਾਹੁੰਦੇ ਰਹੇ। 12 ਸਾਲ ਅਸੀਂ ਵਾਹੁੰਦੇ ਰਹੇ, ਪੈਲੀਆਂ ਅਸੀਂ ਖੱਤੀਆਂ ਕਿਰਾਏ ਮਾਰੇ, ਆਹ ਮੋਟਰ ਸਮੱਸੀਵਾਲ ਮੈਂ ਪਵਾਈ, ਆਹ ਜਿਹੜਾ ਘਰ ਵੀ ਮੈਨੂੰ ਝੁੱਗੀ ਦੇ ਵਿੱਚ ਮੇਰੀ ਵਸੋਂ ਸੀ, ਸਾਰਾ ਮੇਰੀ ਬੱਚੀ ਨੇ ਮਿਹਨਤ ਕਰਕੇ ਬਣਾਇਆ। 20 ਸਾਲ ਹੋ ਗਏ ਨੇ ਇਹਨੇ ਮਿਹਨਤ ਕਰਕੇ ਬਣਾਇਆ ਹੈ, ਤੇ ਉਹ ਵੀ ਮਗਰੋਂ ਵੇਖ ਲਓ, ਮੂਵੀ ਭਰ ਲਓ, ਛੱਤਾਂ ਪੱਟੀਆਂ ਪਈਆਂ ਨੇ ਸਾਡੇ ਅੰਦਰ, ਵੇਖ ਲਓ ਪਾਣੀ ਪੈਂਦਾ, ਵੇਲੀ ਵੇਖ ਲਓ ਢਾਹ ਕੇ ਇੱਧਰੋਂ ਆਉਂਦੇ ਨੇ ਤੇ ਇੱਧਰੋਂ ਢਾਹ ਜਾਂਦੇ ਨੇ। ਆ ਮੋਟਰ ਅਸੀਂ ਨੇੜੇ ਗਏ ਨੇ, ਜਦੋਂ ਅਸੀਂ ਘਰ ਆਉਣੇ ਆ ਨਾ, ਉਹਦਾ ਜਵਾਨ ਪੁੱਤਰ ਹੈ ਜਗਜੀਤ ਸਿੰਘ ਦਾ, ਉਹ ਆਂਦਾ ਮੈਂ ਆਇਆ ਜੀ ਨਿਕਲ ਜਾਓ ਇੱਥੋਂ। ਮਾਤਾ ਢਿੱਡੋਂ ਜੰਮੇ ਪੁੱਤ ਤੁਹਾਡੇ ਨਾਲ ਕਿਉਂ ਕਰ ਰਹੇ ਆ? ਕਿੱਥੇ ਤੁਹਾਡੇ 'ਚ ਕਮੀ ਰਹਿ ਗਈ? ਕੰਡੇ ਘਰ ਨਾ ਮੈਂ ਮੱਥਾ ਲਾ ਬੈਠੀ ਹਾਂ, ਉਹ ਅੱਤਵਾਦਨ ਸੀ ਤੇ ਜੂੰ ਆਈ ਗਏ ਨਾ, ਉਹ ਸਾਨੂੰ ਲੁੱਟ ਕੇ ਹੀ ਖਾ ਗਏ ਨੇ, ਸਾਨੂੰ ਉਹ ਲੁੱਟ ਕੇ ਹੀ ਖਾ ਗਏ। ਕੌਣ? ਜਿਹੜੇ ਉਹਦੇ ਸਹੁਰੇ ਸੀ, ਜਿਹੜੇ ਉਹਦੇ ਸਹੁਰੇ ਲੁੱਟ ਕੇ ਖਾ ਗਏ ਨੇ। ਪਹਿਲਾਂ ਸਾਨੂੰ ਧੋਖੇ ਵਾਲੀ ਜ਼ਮੀਨ ਦਾ ਉਹਨਾਂ ਕਰਾਇਆ, 35 ਲੱਖ ਭਰ ਕੇ ਮੈਂ 35 ਲੱਖ ਦੀ ਮੁੱਲ ਪੈਲੀ ਲਈ। ਉਹ ਜਿਹੜੀ ਮੁੱਲ ਲਈ ਉਹ ਹੀ ਮੈਂ ਪੁੱਤਰਾਂ ਦੇ ਨਾਂ 5 ਕਿੱਲੇ ਲਵਾ ਦਿੱਤੇ। ਅਸੀਂ ਉਹਦੇ 'ਚ ਕੋਈ ਹਿੱਸਾ ਨਹੀਂ, ਮੈਂ ਮਿਹਨਤ ਕਰਕੇ ਦਵਾਨੀ ਜੋੜ ਕੇ ਫਿਰ ਮੈਂ ਬਦੂਕ ਆ ਮੇਰੀ ਬੱਚੀ ਆਂਦੀ, ਉਹਦਾ ਲਾਇਸੈਂਸ ਖਾਰਜ ਹੁੰਦਾ ਸੀ। ਇਹਨੇ ਆਖਿਆ ਭਰਾਵਾ ਮੈਂ ਬੈਠੀ ਹਾਂ, ਮੇਰੀ ਬੱਚੀ ਨੇ ਗੰਢੀ ਲਸਣ ਦੀ ਵੇਚ ਕੇ ਤੂੰ ਉਹਦੇ ਨਾਂ ਅਸੀਂ ਬਦੂਕ ਕਰਾਈ। ਸਾਡੇ ਰਿਸ਼ਤੇਦਾਰ ਆਖਿਆ ਦੇ ਤੇਰਾ ਵੱਡਾ ਪੁੱਤਰ ਹੈ। ਮੈਂ ਉਹਨੂੰ ਮੋੜਾ ਨਹੀਂ ਸੀ ਕੱਢਿਆ, 15 ਸਾਲਾਂ ਦੇ ਨੂੰ ਮੈਂ ਹੀ ਕਰਕੇ ਸਾਰਾ ਕੁਝ ਫੜਾ ਦਿੱਤਾ। ਸਾਡੇ ਸਰਦਾਰ ਮੰਡੀ ਜਾ ਕੇ ਨਹੀਂ ਸੀ ਵੇਖਿਆ, ਸਾਡੇ ਸਰਦਾਰ ਮੰਡੀ ਜਾ ਕੇ ਨਹੀਂ ਸੀ ਵੇਖਿਆ। ਸਾਰੀ ਕਬੀਲਦਾਰੀ ਉਹਨੂੰ ਫੜਾ ਦਿੱਤੀ ਸੀ? ਉਹਨੂੰ ਫੜਾ, ਵੱਡੇ ਪੁੱਤ ਨੂੰ? ਵੱਡੇ ਪੁੱਤ ਨੂੰ ਜਗਜੀਤ ਸਿੰਘ ਨੂੰ ਮੈਂ ਫੜਾ ਦਿੱਤੀ। ਜਗਜੀਤ ਸਿੰਘ ਆ ਮੈਨੂੰ ਭਾਰਾ ਪੈ ਜਾਂਦਾ। ਮਾਤਾ ਚਲੋ ਇੱਕ ਪੁੱਤਰ ਦੀ ਤਾਂ ਮੌਤ ਹੋ ਗਈ ਆ, 2 ਪੁੱਤਰ ਜਿਉਂਦੇ ਆ, ਇਹ ਤਿੰਨਾਂ ਦਾ ਸੁਭਾਅ ਫਿਰ ਚਿੜਚਿੜਾਪਣ ਛੋਟੇ ਹੁੰਦਿਆਂ ਤੋਂ ਸੀ ਜਾਂ ਫਿਰ ਇਹ ਜ਼ਮੀਨ ਨੂੰ ਲੈ ਕੇ ਸਭ ਕੁਝ ਹੋ ਗਿਆ? ਜ਼ਮੀਨ ਨਾਲ ਹੋਇਆ ਪਿਆਰ। ਮੇਰੇ ਪੁੱਤਰ ਤਾਂ ਮੇਥੋਂ ਬਿਨਾਂ ਜਿਉਂਦਾ ਨਹੀਂ ਸੀ। ਜੂੰ ਉਹਦੇ ਸਹੁਰਿਆਂ ਦੇ ਮੋਢਿਆਂ 'ਤੇ ਚੜ੍ਹਿਆ ਤੇ ਮੇਰੀ ਖੱਟੀ ਵੀ ਉੱਥੇ ਜਾਂਦੀ ਸੀ, ਚੋਰੀ ਕਰਦਾ ਤਾਂ ਸਾਡਾ ਉਹਨੇ ਬਣਨੀ ਕੁਛ ਨਹੀਂ ਸੀ। ਤਾਂ ਮਾਤਾ ਕਿਤੇ ਪੁੱਤਰ ਨੂੰ ਬੈਠ ਕੇ ਦੋਨੇ ਪੁੱਤਰਾਂ ਨੂੰ ਪੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਤੈਨੂੰ ਆਪ ਢਿੱਡੋਂ ਜੰਮਿਆ, ਦੁੱਧ ਪਿਲਾਇਆ, ਵੱਡਾ ਕੀਤਾ, ਪਾਲਿਆ ਪੋਸ਼ਿਆ, ਗੰਦ ਵੀ? ਉਹਦੇ ਪੈਰਾਂ 'ਤੇ ਚੁੰਨੀ ਵੀ ਪੁੱਤਰ ਸੱਤੀ ਜੇ, ਮੈਂ ਉਹਨੂੰ ਵਾਸਤੇ ਪਾਇਆ ਜਗਜੀਤ ਮੈਨੂੰ ਜਿਉਣ ਦੇ, ਪੁੱਤਰ ਮੈਨੂੰ ਰੋਟੀ ਦੇ ਦੇ। ਐਡਾ ਗੰਦ ਗਲੋ ਜਨਾਨੀਆਂ ਵੀ ਕਰਦੀਆਂ ਨੇ, ਤੇ ਜਿਹੜੇ ਉਹਦੇ ਢਿੱਡ ਦੇ ਜੰਮੇ ਨੇ ਉਹ ਵੀ। ਸਰਦਾਰ ਸਾਡਾ ਹੀ ਕਰਕੇ ਉੱਥੋਂ ਮੈਂ ਖੜੀ ਹਾਂ, ਨਹਾ ਕੇ ਟੁੱਟਿਆ ਹੁੰਦਾ ਬਜ਼ੁਰਗ, ਤਾੜਿਆ 'ਚ ਹੋਇਆ ਨੇ, ਸਾਡੇ ਮੱਥੇ ਨਹੀਂ ਲੱਗੇ। ਤੇ ਮੈਨੂੰ ਮੇਰੀ ਕੁੜੀਆਂ ਦੀ ਮਾਤਾ ਦਰਸ਼ਨ ਪਾਉਣਾ ਹੀ ਸਾਡਾ ਬਾਪੂ ਟੁੱਟਿਆ ਜਾਂਦਾ ਉੱਥੇ ਉਸ ਵੇਲੇ 'ਚ। ਤੇ ਕੁੜੀ ਆ ਜਾਂਦਾ ਗਿਆ ਤੇ ਉਹ ਆਂਦਾ ਮੈਨੂੰ ਡੇਗੀ ਨਾ, ਕੁੜੀ ਨੇ ਧੱਕਾ ਮਾਰ ਕੇ ਡੇਗਿਆ ਤੇ ਚੋਲਾ ਟੁੱਟ ਗਿਆ। ਬਹੁਤ ਔਖਾ। ਬਾਂਸਾ ਤੇ ਦਾਖਲ ਦਿਆ ਹੈ, ਮੇਰੀਆਂ 3 ਬੱਚੀਆਂ ਵੀ ਗਈਆਂ ਨੇ। ਮੰਮੀ ਇਹਨੇ ਆਖਿਆ ਮੈਂ ਫੋਨ ਕਰਕੇ ਪੁਲਿਸ ਮੰਗਾ ਕੇ ਤੇ ਤੁਹਾਡੀਆਂ ਲੱਤਾਂ ਕਟਾ ਕੇ ਤੇ ਜੇਲ੍ਹ 'ਚ ਸੱਟ ਲਾ। ਇਹਨਾਂ ਨੇ ਕਿਹਾ ਹੈ? ਇਹਦਾ ਮੇਰੇ ਪੁੱਤਰ ਤੇ ਪੁੱਤਰ ਕਿਹਦੀਆਂ ਲੱਤਾਂ ਤੜਵਾ ਕੇ? ਸਾਡੀ ਅਸੀਂ ਪਤਾ ਲੈਣ ਗਏ। ਤੁਹਾਡੀਆਂ ਲੱਤਾਂ ਤੋੜਵਾ ਕੇ? ਆਹੋ, ਜਿੱਦਣ ਚੂਲਾ ਤੋੜਿਆ ਨੇ ਅਸੀਂ ਮੋਗੇ ਗਈਆਂ ਤੇਰੇ ਮੇਰੇ ਕੋਲ ਪੁੱਛ ਕੇ, ਤੇ ਮੇਰੀਆਂ ਬੱਚੀਆਂ ਨੂੰ ਨਹੀਂ ਮੱਥੇ ਲੱਗਣ ਦਿੱਤਾ ਤੇ ਮੈਨੂੰ ਵੀ ਨਹੀਂ ਲੱਗਣ ਦਿੱਤਾ। ਅੱਛਾ, ਬਾਪੂ ਜੀ ਨੂੰ ਤੁਹਾਡੇ ਨਾਲ ਨਹੀਂ ਮਿਲਾਇਆ ਗਿਆ? ਨਾ, ਨਹੀਂ ਮਿਲਾਇਆ ਗਿਆ। ਫਿਰ ਘਰ ਲਈ ਦਿਨ ਲੈ ਕੇ ਆਏ ਨੇ ਛੁੱਟੀ ਦਵਾ ਕੇ, ਮੈਂ ਉੱਥੋਂ ਵੇ ਨਹੀਂ ਪਈਆਂ ਤੇ ਮੈਂ ਜਿੰਦ ਭੈਣੇ ਜਿਵੇਂ ਬੰਦਾ ਹਲਕਾ ਹੋ ਜਾਂਦਾ। ਮੈਂ ਗਈ ਹਾਂ, ਮੈਂ ਕਿਹਾ ਕੀ ਹਾਲ ਜੀ? ਆਂਦੇ ਨੇ ਠੀਕ ਆ। ਤੇ ਉਹ ਜਿਹੜਾ ਜਗਜੀਤ ਦਾ ਮੁੰਡਾ ਛੋਟਾ, ਇੱਕ ਤਾਂ ਬਾਹਰ ਗਿਆ, ਛੋਟਾ ਹੈ, ਆਂਦਾ ਨਿਕਲ ਜਾ, ਤੀਰ ਹੋ ਜਾ, ਇੱਥੇ ਮਰਨਾ। ਇਹ ਲਫ਼ਜ਼ ਬੋਲਿਆ, ਮੈਂ ਘਰ ਆ ਗਈ। ਅੱਛਾ, ਪਤੀ ਪਤਨੀ ਨੂੰ ਤੁਹਾਡੇ ਨੂੰ ਜਾਣੀ ਆਪਸ ਦੇ ਵਿੱਚ ਤੋੜ ਰਿਹਾ ਪੋਤਾ ਹੀ? ਨਾ, ਪੋਤਰੇ ਪੁੱਤਰ।
ਦੋਨੇ ਉਹ ਆਂਦੇ ਨੇ ਤੈਨੂੰ ਅੱਡੀ ਨੂੰ ਹੱਥ ਨਹੀਂ ਲੱਗਣ ਦੇਣਾ। ਜਿੱਦਾਂ ਮੇਰੇ ਪਤੀ ਨਾਲ ਮੇਰਾ ਪਿਆਰ ਸੀ ਨਾ, ਮੇਰੇ ਤੇ ਜਾਨ ਦਿੰਦਾ ਸੀ। ਮੈਨੂੰ ਉਹਨੇ ਕਦੀ ਨਹੀਂ ਸੀ ਆਖਿਆ ਤੈਨੂੰ ਕਰੋੜ ਵੀ ਫੜਾਇਆ ਹੈ ਤੇ ਤੂੰ ਕਿੱਥੇ ਲਾਇਆ। ਤੇ ਜਗਜੀਤ ਸਿੰਘਾਂ ਦਾ ਹੋਰ ਕਿਲਾ ਤਾਂ ਨਹੀਂ ਹੈਗਾ। ਤਾਂ ਗਵਾਂਢ ਮਾਤਾ ਜੀ ਇੱਥੇ ਬਾਪੂ ਜੀ ਨਾਲ ਹੀ ਰਹਿੰਦੇ ਆ, ਗਵਾਂਢ ਹੀ ਪੁੱਤਰ ਕੋਠੀ ਪਾ ਰਿਆ ਕਿਤੇ ਬਾਪੂ ਨੇ ਉਧਰੋਂ ਤੁਹਾਨੂੰ ਹਾਕ ਨਹੀਂ ਮਾਰੀ ਕਿ ਆ ਕੇ ਮੇਰਾ ਪਤਾ ਲੈ ਜਾ? ਨਾ ਪਹਿਲੋਂ ਇੱਕ ਦਿਨ ਉੱਥੇ ਖੜੇ ਨੇ ਮਾਲ ਕੋਲ ਤੇ ਮੈਂ ਆਖਿਆ ਕੀ ਹਾਲ ਜੇ, ਆ ਜਾਓ ਘਰ ਆ ਜਾਓ। ਆ ਜਾਵਾਂਗੇ। ਫਿਰ ਪੁਲਿਸ ਵਾਲੇ ਆਏ ਨੇ ਹੂੰ ਇੱਥੋਂ ਚੌਂਕੀ ਵਾਲੇ। ਉਹਨਾਂ ਆਖਿਆ ਤੁਹਾਨੂੰ ਬੇਦਖਲੇ ਕੀਤਾ, ਇੱਥੋਂ ਘਰ ਚੋਂ ਨਿਕਲ ਜਾਓ। ਹੂੰ 2 ਬੰਦੇ ਆਏ ਨੇ ਕਾਗਜ਼ ਲੈ ਕੇ, ਜਿਹੜੀਆਂ ਅਸੀਂ ਉਹਦਾ ਦਰਖਾਸਤਾਂ DC ਤੇ ਆ ਤੁਸੀਂ ਪੜ੍ਹੀਆਂ ਨੇ, ਸਭ ਦਿੱਤੀਆਂ ਉਹ ਦਰਖਾਸਤਾਂ ਲੈ ਕੇ। ਇਹ ਆਂਦੇ ਸੀ ਵੀ ਸਾਈਨ ਕਰੇ ਬੁੱਢੀ ਵੀ ਸਾਡਾ ਰਾਜੀਨਾਮਾ। ਮੈਂ ਨਹੀਂ ਕੀਤਾ। ਹੂੰ ਉਹਨਾਂ ਦਾਬਾ ਮਾਰ ਕੇ ਸਾਥੋਂ ਸਾਈਨ ਕਰਾਉਂਦੇ ਸੀ, ਮੈਂ ਨਹੀਂ ਕੀਤਾ। ਹੂੰ ਲੰਮੀਆਂ ਸਟੋਰੀਆਂ ਨੇ ਸਾਨੂੰ ਡੂਢ ਵਰਾ ਹੋ ਗਿਆ। ਆ ਪਈ ਤੇ ਨਾ ਜੇ ਕੋਈ ਦਿਹਾੜ ਗਈ ਕਿਸੇ ਨੂੰ ਆਣੀ ਨਾ ਲਾਏ, ਪੁੱਤਰ ਸੇਵਾ ਕਰੋ। ਕਿੱਥੇ ਕਿੱਥੇ ਦਰਖਾਸਤਾਂ ਮਾਤਾ ਫਿਰ ਤੁਸੀਂ ਦਿੱਤੀਆਂ? ਕਿੱਥੇ ਕਿੱਥੇ ਗਏ ਹੋ? ਸਰਕਾਰੀ ਦਰਬਾਰੇ ਗਏ ਹੋ? ਕੋਈ ਸੁਣਵਾਈ ਹੋਈ ਤੁਹਾਡੀ? ਅਸੀਂ ਥਾਣੇ ਚੌਂਕੀ ਹੂੰ SP ਦੇ ਹੂੰ DC ਦੇ ਹੂੰ ਜਿਹੜਾ ਉਹ ਡਿਪਟੀ ਹੈ ਇੱਥੇ ਐਸਡੀਐਮ ਦੇ ਹੂੰ ਸਾਰੇ ਦਰਖਾਸਤਾਂ ਨੇ। ਆਪ ਸਾਡੇ ਕੋਲ ਦਰਖਾਸਤਾਂ ਪੜ੍ਹ ਲਓ, ਨਕਲਾਂ ਹੈਗੀਆਂ ਨੇ। ਹੂੰ ਅਸੀਂ ਪੈਰੀ ਤੜਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਦਾ ਜਿੱਥੇ ਵੀ ਈਮੇਲ ਦਾ ਫੋਨ ਚਲਾ ਜਾਂਦਾ ਸੀ ਇਹ ਰੋਕ ਦਿੰਦੇ। ਹੂੰ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ? ਮੈਂ ਈਮੇਲ ਦੇ ਕੋਲ ਜਾ ਕੇ ਅਸੀਂ ਹੱਥ ਜੋੜੇ ਨੇ। ਪੁੱਤਰ ਅਸੀਂ ਸ਼ੁਰੂ ਤੋਂ ਲੈ ਕੇ ਕਾਂਗਰਸ ਗਿਆਨੀ ਜੈਲ ਸਿੰਘ ਦੇ ਵੇਲੇ ਦੀਆਂ ਵੋਟਾਂ ਪਾਉਂਦੇ ਸਾਂ ਤੇ ਸਾਨੂੰ ਜਿਵੇਂ ਜਾਣਦੇ ਜੇ ਸਾਡਾ ਬਜ਼ੁਰਗ ਦਿੱਤਾ ਜੇ। ਹੂੰ ਉਹਨੇ ਕਿਹਾ ਮਾਤਾ ਚਲੀ ਜਾ। ਹੂੰ ਫਿਰ ਉਹਨਾਂ ਕਣਕ ਵੀ ਸਾਡੀ ਵੱਢ ਕੇ ਲੈ ਗਏ। ਹੂੰ ਉਹ ਵੀ ਨਹੀਂ ਸਾਨੂੰ ਇਹਨੇ ਉੱਥੇ ਈਮੇਲ ਦੇ ਕੋਲ ਮਰਨਾ ਹੈ। ਮੈਂ ਤੂੜੀ ਵੀ ਦਿਆਂਗਾ ਆਪਦੇ ਟਰੈਕਟਰ ਨਾਲ। ਇੱਕ ਵਾਰ ਜਦੋਂ ਪਹਿਲੋਂ ਗਏ ਮੈਂ ਤੂੜੀ ਵੀ ਇਹਨਾਂ ਨੂੰ ਦਿਆਂਗਾ, 4 ਟਰਾਲੀਆਂ 10 ਮਣ ਕਣਕ ਵੀ ਦਿਆਂਗਾ। ਇਹਨਾਂ ਨੂੰ ਪੱਠੇ ਵੀ ਬੀਜ ਕੇ ਇਹਨੇ ਕੱਖ ਨਹੀਂ ਸਾਨੂੰ ਹੂੰ ਇਹਨੇ ਕੱਖ ਨਹੀਂ ਸਾਨੂੰ। ਹੂੰ ਆ ਜਿਹੜੇ ਆ ਵੇਖੋ ਹੂੰ 10 ਮਰਲੇ ਜਿਹੜੇ ਪੱਠੇ ਨੇ ਉਹ ਵੀ ਨਹੀਂ ਬੀਜਣ ਦਿੰਦੇ। ਹੂੰ ਪਈ ਵੀ ਇਹਨੇ ਵਾਲੀ। ਹੂੰ ਤੁਸੀਂ ਮੈਨੂੰ ਦੱਸੋ, ਮੈਂ ਝੂਠ ਨਹੀਂ ਜੇ ਮਾਰਦੀ ਜੜੀ ਜਿੰਨਾ ਵੀ। ਜਦੋਂ ਜੀ ਸਾਡੀ ਕਣਕ ਵੱਢੀ ਨਾ, ਹੂੰ ਅਸੀਂ ਮਸ਼ੀਨ ਲਿਆਂਦੀ ਪਾਸਿਓਂ। ਕਣਕ ਤੁਸੀਂ ਬੀਜੀ ਸੀ, ਉਹਦੀ ਸਾਂਭ ਸੰਭਾਲ ਸਭ ਤੁਸੀਂ ਕੀਤੀ ਸੀ? ਅਸੀਂ ਰੇ ਦਵਾਈ ਤੁਸੀਂ ਪਵਾਇਆ ਸੀ? ਨਾ ਸਾਰਾ ਅਸੀਂ ਕੀਤਾ ਸੀ। ਜਿੱਦਣ ਵੱਢਣ ਲੱਗੇ ਨਾ, ਸਾਨੂੰ ਈਮੇਲ ਨੇ ਆਖਿਆ ਵੀ ਕਣਕ ਨਾ ਵੱਢਿਆ ਜੇ ਅਸੀਂ ਵਢਾਵਾਂਗੇ। ਜਿੱਦਣ ਸਾਨੂੰ ਉਹਨੇ ਆਖਿਆ ਨਾ, ਉਹਨੇ ਗੁਰਮੇਜ ਸਿੰਘ ਨੂੰ ਆਖਿਆ ਇਹਨਾਂ ਦੀ ਕਣਕ ਵਢਾ ਕੇ ਨਾ ਸਿਰ ਤੇ ਹੋ ਕੇ ਇਹਨਾਂ ਦੀ ਲੜਾਈ ਨਾ ਹੋ ਜੇ। ਈਮੇਲ ਆਖਿਆ। ਉਹ ਗੁਰਮੇਜ ਸਿੰਘ ਪਾਸੇ ਹੋ ਗਿਆ ਤੇ ਜਿਹੜੀ ਮਸ਼ੀਨ ਸਾਡੀ ਆਈ ਸੀ ਉਹਨਾਂ ਮੋੜ ਦਿੱਤੀ ਤੇ ਟਹਿਲ ਸੁਣੇ ਜ਼ੋਰ ਜਰਬੀ ਮਸ਼ੀਨ ਲਿਆ ਕੇ ਨਾ। ਇਹ ਗਰਮੇਜ਼ ਤੇ ਟਹਿਲ ਕੌਣ ਹੈ? ਗੁਰਮੇਜ ਸਿੰਘ ਤਾਂ ਪਿੰਡ ਚੋਂ ਹੈ ਹੂੰ ਤੇ ਟਹਿਲ ਸਿੰਘ ਮੇਰਾ ਦਿਓਰ ਹੈ, ਛੋਟਾ ਸਰਦਾਰ ਸਾਡਾ। ਹੂੰ ਉਹਨੇ ਲਿਆ ਕੇ ਮਸ਼ੀਨ ਨੰਬਰਦਾਰ ਗੁਰਚਰਨ ਸਿੰਘ ਨੰਬਰਦਾਰ ਹੈ, ਜਿਨ੍ਹਾਂ ਸਾਡੇ ਨਾਲ ਕਾਰਵਾਈ ਇਹ ਕਰਾਈ। ਇੱਥੇ ਮਸ਼ੀਨ ਵਾੜ ਕੇ ਉਹਨਾਂ ਕਣਕ ਜਿਹੜੀ ਉਹਨਾਂ ਦਲਗਿਆ ਹੀ ਕਰ ਦਿੱਤਾ, ਸਾਡਾ ਸਾਰਾ ਗੁਆ ਦਿੱਤੀ। ਹੂੰ ਫਿਰ ਇਹਨਾਂ ਤੂੜੀ ਸਾਨੂੰ ਉਦੋਂ ਉਸ ਟਾਈਮ ਬਾਪੂ ਜੀ ਇੱਥੇ ਨਾਲ ਸੀ ਤੁਹਾਡੇ? ਨਹੀਂ ਲਗਾਏ ਇਸ ਬਾਪੂ ਜੀ ਨੂੰ ਫੜ ਕੇ। ਫਿਰ ਕਣਕ ਵਢਾ ਕੇ ਲੈ ਗਏ ਨੇ, ਸਾਨੂੰ ਨਹੀਂ ਦੱਸਿਆ ਕਿੱਥੇ ਲੈ ਗਏ। ਹੂੰ ਇਹਨਾਂ ਸਾਨੂੰ ਖਾਣ ਜੋਗੀ ਕਣਕ ਵੀ ਨਹੀਂ ਦਿੱਤੀ। ਅੱਛਾ, ਕਣਕ 'ਚ ਕੋਈ ਹਿੱਸਾ ਨਹੀਂ ਦਿੱਤਾ? ਨਾ ਦਿੱਤਾ, ਨਹੀਂ ਦਿੱਤਾ। ਫਿਰ ਜਾ ਕੇ ਅਸੀਂ ਜ਼ੋਰ ਲਾਇਆ ਹੈ, ਭੱਜੇ ਆ। 8 ਤੇ ਵੀ ਮੈਂ ਗਈ ਆ, ਜਾਣਦਾ ਸੀ। ਉਹਨੇ ਭੱਜ ਭਜਾ ਕੇ ਤੇ ਸਾਨੂੰ ਥੋੜ੍ਹੇ ਜਿਹੇ ਪੈਸੇ ਦਵਾਏ ਨੇ। ਇਹਨੇ ਪਹਿਲੋਂ 2.5 ਲੱਖ ਰੁਪਈਆ ਵੀ ਮੰਨਿਆ ਸੀ, ਕਣਕ ਵੀ ਆਖਿਆ ਸਾਰੀ ਵੱਢ ਲਾ। ਇਹਨੇ ਸਾਨੂੰ ਕੱਖ ਨਹੀਂ, ਝੂਠਾ ਚੈੱਕ ਇਸ ਬੱਚੀ ਨੂੰ ਦੇ ਦਿੱਤਾ, ਝੂਠਾ ਚੈੱਕ ਦੇ ਦਿੱਤਾ ਵੀ ਕੱਖ ਨਹੀਂ ਮਿਲਣਾ। ਉਹ ਸੀ ਕਣਕ ਦੇ ਪੈਸੇ ਆੜ੍ਹਤੀਏ ਦੇ ਰਾਹੀਂ ਕੱਢੇ ਨੇ। ਉਹਨੇ ਆਖਿਆ ਧਰਮ ਅੱਛਾ, ਪਾਇਆ। ਕਣਕ ਦੇ ਪੈਸੇ ਫਿਰ ਤੁਹਾਨੂੰ ਮਿਲ ਗਏ ਸੀ? ਉਹ ਅਸੀਂ ਲਏ ਨੇ। ਕਿੰਨੇ ਮਿਲ ਗਏ ਸੀ? ਉਹ ਦਵਿੰਦਰ ਕਿੰਨੇ ਸੀ? ਕਣਕ ਦਾ ਹਿੱਸਾ ਬਾਪੂ ਦਾ ਉਹਨਾਂ ਕੱਢ ਲਿਆ। ਕਣਕ ਦਾ ਹਿੱਸਾ ਮਿਲ ਗਿਆ ਸੀ। ਇਸ ਤੋਂ ਬਾਅਦ ਜਿਹੜਾ ਝੋਨਾ ਨਹੀਂ ਤੁਹਾਨੂੰ ਲਾਉਣ ਦਿੱਤਾ? ਨਹੀਂ ਲਾਉਣ ਦਿੱਤਾ। ਤਾਂ ਭੈਣਾਂ ਵੀ ਨਾਲ ਹੈ, ਗੱਲਬਾਤ ਕਰਦੇ ਆ। ਭੈਣੇ ਤੁਸੀਂ ਵੀ ਮੈਡਮ ਕੋਲੇ ਗਏ ਸੀ, ਮਨੀਸ਼ਾ ਗੁਲਾਟੀ ਜੀ ਕੋਲੇ। ਤੁਹਾਡਾ ਅਸਲ ਦੇ ਵਿੱਚ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਔਰ ਕੀ ਕਾਰਨ, ਤੁਸੀਂ ਕਿਉਂ ਰਹਿ ਰਹੇ ਹੋ? ਜੀ ਮੇਰਾ ਇਸ ਤਰ੍ਹਾਂ ਵੀ ਪਤੀ ਦੇ ਨਾਲ ਝਗੜਾ ਹੋ ਗਿਆ ਸੀ ਤੇ ਉਹਨੇ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਸੀ। 5.5 ਸਾਲ ਦਾ ਜਿਹੜਾ ਮੇਰਾ ਬੇਟਾ ਗਗਨਦੀਪ, ਉਹਨਾਂ ਲਾ ਲਿਆ ਸੀ ਤੇ ਮੈਂ ਉਹ ਤੋਂ ਕੁੱਟ ਮਾਰ ਕੇ ਤੇ ਇਹਨਾਂ ਵੀ ਮੇਰੀ ਸਹਾਇਤਾ ਕੋਈ ਨਹੀਂ ਕੀਤੀ। ਮੈਂ SSP ਸਾਹਿਬ ਤੇ ਗਈ, ਸਾਰੇ ਗਈ ਤੇ ਕਿਤੇ ਉਹਨਾਂ ਸੁਣਵਾਈ ਨੇ। ਉਹਨੂੰ ਗੁਰਜੀਤ ਸਿੰਘ ਭੁੱਲਰ ਬਣਿਆ ਹੋਇਆ ਸੀ ਤੇ ਜਿਹਨਾਂ ਉਹਨਾਂ ਦਬਾਅ ਪਾ ਕੇ ਤੇ ਉਹਨਾਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ। ਉਸ ਤੋਂ ਬਾਅਦ ਫਿਰ ਮੈਂ ਇੱਥੇ 2003 ਚ 5 ਜਨਵਰੀ ਮਹੀਨੇ ਦੀ 5 ਤਰੀਕ ਸੀ ਜਿੱਦਣ ਮੈਂ ਆਈ ਉਸ ਘਰ ਦੇ ਵਿੱਚੋਂ। ਤੇ ਫਿਰ ਮੈਂ ਮਾਪਿਆਂ ਕੋਲ ਰੋਈ ਪਿੱਟੀ ਤੇ ਉਹਨਾਂ ਆਖਿਆ ਵੀ ਕੋਈ ਗੱਲ ਨਹੀਂ। ਤੇ ਅਸੀਂ ਜਾਂਦੇ ਰਹੇ ਥਾਣੇ ਕਚਹਿਰੀਆਂ ਦੇ ਵਿੱਚ। ਪਹਿਲਾਂ ਤਾਂ ਗੇੜੇ ਲਾਇਆ SSP H ਸੀ ਹੈਗਾ ਸੀ ਜਰਨੈਲ ਸਿੰਘ, ਉਹਨੇ ਸਾਡੀ ਸੁਣਵਾਈ ਨੇ ਉੱਥੇ ਵੀ ਪੈਸਾ ਪੂਸਾ ਭਰ ਕੇ ਉਹ ਨਿਕਲ ਗਏ। ਫਿਰ ਅਸੀਂ ਕਸ਼ਮੀਰ ਕੋਰ ਦੇ ਗਏ, ਉੱਥੇ ਵੀ ਉਹਨਾਂ ਪੈਸਾ ਭਰ ਕੇ ਨਿਕਲ ਗਏ। ਫਿਰ ਮੇਰਾ ਸਹੁਰਾ ਜੀ ਵੀ ਆਇਆ ਸੀ ਤੇ ਜਿਹੜਾ
ਮੇਰਾ ਪਤੀ ਵੀ ਆਇਆ ਸੀ, ਭੁਪਿੰਦਰ ਸਿੰਘ ਵੀ, ਇਹ ਤਾਂ ਗੁੱਜਰ ਸਿੰਘ ਨੰਬਰਦਾਰ ਹੀ ਗਏ ਸੀ ਸਾਰੇ। ਤੇ ਉਹਨਾਂ ਨੂੰ ਆਖਿਆ ਤੇ ਉਹ ਆਂਦੇ ਨੇ ਵੀ ਤੁਹਾਡੀ ਸੁਣਵਾਈ ਨਹੀਂ ਹੋਣੀ। ਤੇ ਮੈਂ ਉਹਨੂੰ ਕੀ ਜਿਹੜੀ ਨੇ ਸਹੁਰਾ ਪਰਿਵਾਰ ਦੇ ਨਾਲ ਵੀ ਝਗੜਾ, ਪੇਕਾ ਪਰਿਵਾਰ ਦੇ ਨਾਲ ਵੀ ਝਗੜਾ, ਤਾਂ ਤੁਸੀਂ ਸਾਰੀ ਜ਼ਿੰਦਗੀ ਫਿਰ ਝਗੜਿਆਂ 'ਚ ਹੀ ਲੰਘਾਓ। ਮੈਂ ਝਗੜਿਆਂ 'ਚ ਲੰਘਾਈ। ਫਿਰ ਕਸ਼ਮੀਰ ਕੋਲ ਨੂੰ ਮੈਂ ਆਖਿਆ ਵੀ ਜੇ ਤੁਸੀਂ ਉਹਨਾਂ ਦੀ ਸੁਣਵਾਈ ਕਰ ਚੁੱਕੇ ਜੇ ਤੇ ਉੱਤੇ ਅਫਸਰ ਵੀ ਹੋਰ ਬੈਠੇ ਨੇ ਹੋਏ। ਫਿਰ ਮੈਂ ਅਦਾਲਤ ਦੇ ਵਿੱਚ ਕੇਸ ਲਾਇਆ ਤੇ ਮੇਰੀ ਕੋਈ ਸੁਣਵਾਈ ਹੈ ਜੀ ਉੱਥੇ ਵੀ ਨਹੀਂ ਹੋ ਰਹੀ। ਉੱਥੋਂ ਤੁਹਾਨੂੰ ਕੋਈ ਖਰਚਾ ਪਾਣੀ ਮਿਲ ਰਿਹਾ? ਇਹ ਖਰਚਾ ਜੀ ਉਦੋਂ ਪਹਿਲੋਂ ਅੰਮ੍ਰਿਤਸਰੋਂ ਤਾਂ 2000 ਰੁਪਇਆ ਸਾਨੂੰ ਮਿਲਦਾ ਸੀ। ਫਿਰ ਇੱਥੇ ਮੋਗੇ ਜਦੋਂ ਕੇਸ ਲਾਇਆ 700 ਰੁਪਇਆ ਮਿਲਦਾ ਸੀ। ਤਾਂ ਭੈਣੇ ਜ਼ਮੀਨ ਕਿੰਨੀ ਸੀ ਤੁਹਾਡੇ ਸਹੁਰੇ? ਉਹਨਾਂ ਜ਼ਮੀਨ ਹੈਗੀ 14 ਕਿੱਲੇ, ਬਾਕੀ ਸੀਮਿੰਟ ਸਰਗੇ ਦੀਆਂ ਦੁਕਾਨਾਂ ਕਰਦੇ ਸੀ, ਬਹੁਤ ਕਾਰੋਬਾਰ ਵੱਡਾ ਹੋ ਗਿਆ। ਆਪਾਂ ਉਹਨਾਂ ਵੇਰੀ ਲੱਖ ਰੁਪਇਆ ਕੈਸ਼ ਦਿੱਤਾ ਸੀ, ਸੋਨਾ ਵੀ ਪਾਇਆ ਸੀ, ਜੋ ਜਿੱਤਦਾ ਦਿੱਤਾ ਤੇ ਆਪਾਂ ਨੂੰ ਉਹਨੇ ਜਿਹਨੇ ਪਾँच ਸ਼ੇਅਰ ਜਾ ਡਿੱਗੇ ਤੋਂ ਬੇਈਮਾਨ ਹੋ ਗਏ। ਤਾਂ ਭੈਣੇ ਤੁਸੀਂ ਹੁਣ ਜਿਹੜਾ ਜ਼ਮੀਨ ਦਾ ਹਿੱਸਾ ਉੱਥੋਂ ਵੀ ਮੰਗ ਰਹੇ ਹੋ, ਇੱਥੇ ਵੀ ਮੰਗ ਰਹੇ ਹੋ, ਭਰਾਵਾਂ ਦੇ ਵਿੱਚ ਆਪਸ ਦੇ ਵਿੱਚ ਮਾਂ-ਬਾਪ ਦੇ ਵਿੱਚ ਫਰਕ ਪੈ ਗਿਆ, ਤੁਸੀਂ ਭੈਣਾਂ ਅਲੱਗ ਹੋ, ਭਰਾ ਤੁਹਾਡੇ ਅਲੱਗ ਆ, ਬਾਪ ਨੂੰ ਇੱਥੋਂ ਚੱਕ ਕੇ ਲੈ ਗਏ, ਬਹੁਤ ਵੱਡਾ ਝਮੇਲਾ ਪਿਆ। ਆਖਿਰ ਚਾਹੁੰਦੇ ਕਿਉਂ, ਕੀ ਹੋਣਾ ਚਾਹੀਦਾ? ਸਾਨੂੰ ਇਹ ਇਨਸਾਫ ਹੀ ਮਿਲਣਾ ਚਾਹੀਦਾ। ਮੈਂ ਪਿਤਾ ਤੋਂ ਰੋਟੀ ਲਈ ਹੈ, ਮੈਨੂੰ ਉਹਨਾਂ ਉੱਥੋਂ ਤਾਂ ਮੇਰਾ ਕੰਮ ਹੀ ਨਿਬੜ ਗਿਆ ਜੇ ਉੱਥੇ ਕੀ ਮੈਨੂੰ ਮਿਲਣਾ ਹੈ ਕਿ ਨਹੀਂ ਮਿਲਣਾ। ਜਿੰਨਾ ਚਿਰ ਮੇਰਾ ਮਾਂ-ਬਾਪ ਬੈਠਾ ਸੀ ਤੇ ਮੈਂ ਕਿਹਾ ਮੈਨੂੰ ਰੋਟੀ ਜੋਗਾ ਹਿੱਸਾ ਦਿਓ। ਉਹਨੇ ਮੇਰੇ ਪਿਤਾ ਨੇ 5.5 ਕਿੱਲੇ ਸਾਡੀ ਮਾਤਾ ਦੇ ਨਾਂ ਤੇ ਮੇਰੇ ਨਾਲ ਜ਼ਮੀਨ ਕਰ ਦਿੱਤੀ। 2020 24 ਤਰੀਕ ਸੀ, 24 ਫਰਵਰੀ ਤੇ 25 ਨੂੰ ਬਾਪੂ ਜੀ ਨੂੰ ਰਾਤ ਇੱਥੇ ਪਹਿਲੋਂ ਆਏ ਨੇ। ਜਗੀਰ ਸਿੰਘ ਆਇਆ, ਜਗਜੀਤ ਸਿੰਘ ਦੀ ਘਰ ਦੀ ਵੀ ਕਿੱਥੇ ਗਏ ਜੀ? ਅਸੀਂ ਆਖਿਆ ਅਸੀਂ ਦਵਾਈ ਲੈਣ ਗਏ ਸੀ, ਅਸੀਂ ਇਸ ਤਰ੍ਹਾਂ ਗਏ। ਜਿਹੜਾ ਗੁਰਚਰਨ ਸਿੰਘ ਸੀ, ਜਦੋਂ ਸਾਡੀ ਰਸੀਦ ਹੋ ਗਈ ਅਸੀਂ ਨਹੀਂ ਸੀ ਉੱਥੇ ਵੇਖਿਆ ਵੀ ਗੁਰਚਰਨ ਸਿੰਘ ਹੀ ਗਿਆ ਸੀ ਕਿ ਨੰਬਰਦਾਰ ਨਹੀਂ ਹੈਗਾ ਸੀ। ਇਹ ਪ੍ਰੀਤਮ ਸਿੰਘ ਸਰਪੰਚ ਗਿਆ ਜਿਹੜਾ ਹੁਣ ਸਰਪੰਚ ਮੌਜੂਦ ਹੈ। ਭੈਣੇ ਜਦੋਂ ਤੁਸੀਂ ਇਹ ਵਸੀਅਤ ਕਰਵਾਉਂਦੇ ਹੋ, ਬਾਪੂ ਜੀ ਤੁਹਾਡੇ ਨਾਲ 5.5 ਕਿੱਲਿਆਂ ਦੀ ਵਸੀਅਤ ਕਰਾ ਦਿੰਦੇ ਆ ਪੱਕੀ, ਤਾਂ ਉਦੋਂ ਤੁਹਾਡੇ ਭਰਾ ਤੁਹਾਡੇ ਨਾਲ ਸਹਿਮਤ ਹੁੰਦੇ, ਉਹਨਾਂ ਦੀ ਸਹਿਮਤੀ ਲਈ ਕਿ ਨਹੀਂ ਲਈ? ਨਹੀਂ, ਉਹਨਾਂ ਦੀ ਸਹਿਮਤੀ ਕੋਈ ਲਈ ਨਹੀਂ। ਯਾਨੀ ਚੋਰੀ ਹੋਈ? ਨਹੀਂ, ਚੋਰੀ ਨਹੀਂ ਕਰਵਾਈ। ਉਹਨਾਂ ਨੂੰ ਅਸੀਂ ਦੱਸ ਕੇ ਕਰਵਾਈ ਸੀ ਵੀ ਅਸੀਂ ਰਸੀਦ ਕਰਾਉਣੀ ਹੈ। ਇਹ ਸਾਡੀ ਰਸੀਦ ਹੋਣੀ ਨਹੀਂ ਸੀ ਦਿੰਦਾ ਵੀ ਤੇਰੇ ਨਾਂ ਤੁਹਾਨੂੰ ਕੁਝ ਵੀ ਨਹੀਂ, ਨਾ ਮਾਂ ਨੂੰ ਦੇਣਾ ਨਾ ਤੈਨੂੰ ਦੇਣਾ, ਤੁਹਾਡਾ ਕੁਝ ਵੀ ਨਹੀਂ ਇੱਥੇ ਬਣਦਾ। ਪਿਤਾ ਆਖਿਆ ਮੈਂ ਕਰਵਾਉਣਾ, ਤੇ ਪਿਤਾ ਨੇ ਆਖਿਆ ਮੈਂ ਕਰਵਾਵਾਂਗੇ, ਤੈਨੂੰ ਰੋਟੀ ਦਿਆਂਗਾ, ਆਹ ਤੇਰਾ ਘਰ-ਬਾਰ, ਤੂੰ ਜੇ ਮੈਂ ਸਾਡੀ ਸਹਾਇਤਾ 20 ਸਾਲ ਕੀਤੀ ਏ ਤੇ ਤੂੰ ਜੇ ਸਾਡੇ ਪੁੱਤਰਾਂ ਨੂੰ ਨਹੀਂ ਸਾਂਭਿਆ, ਤੂੰ ਸਾਨੂੰ ਸਾਂਭਦੀ ਫਿਰਨੀ ਹੈ। ਭੈਣੇ ਅੱਜ ਤੁਸੀਂ ਹਿੱਸਾ ਮੰਗ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਮੈਂ ਮਾਂ-ਬਾਪ ਦੀ ਸੇਵਾ ਕੀਤੀ, ਸਾਰੀ ਜ਼ਿੰਦਗੀ ਇੱਥੇ ਲੰਘਾਈ ਆ, ਮੰਨ ਲੈਂਦੇ ਕਿ ਤੁਹਾਨੂੰ ਤੁਹਾਡਾ ਹਿੱਸਾ ਦੇ ਦਿੱਤਾ ਬਣਦਾ, ਕੱਲ ਨੂੰ ਇਹ ਦੋ ਭੈਣਾਂ ਫਿਰ ਰੌਲਾ ਪਾਉਣਗੀਆਂ ਕਿ ਸਾਡਾ ਹਿੱਸਾ ਦੇ। ਇਹ ਆਪਦਾ ਹਿੱਸਾ ਜੇ ਇਹ 3 ਭੈਣਾਂ ਨੇ, ਜਦੋਂ ਇਹਨਾਂ ਨਾਲ ਭਰਾ ਨਹੀਂ ਵਰਤਦੇ, ਭਰਜਾਈਆਂ ਨਹੀਂ ਵਰਤਦੀਆਂ, ਨਹੀਂ ਤਾਂ ਭਰਾਵਾਂ ਦੇ ਲੇਖਣ ਹੁੰਦਾ ਵੀ ਵਰਤ ਗਏ ਅਸੀਂ, ਸਾਡੀਆਂ ਭੈਣਾਂ ਨੇ। ਤੇ ਉਹ ਆਂਦੇ ਨੇ ਅਸੀਂ ਤਾਂ ਨਵਰਦੇ, ਸਾਡੇ ਭੈਣੇ ਮਰ ਗਈਆਂ, ਇਹਨਾਂ ਨੂੰ ਤਾਂ ਅਸੀਂ ਖੱਫਣ ਪਾ ਕੇ ਵੀ ਨਹੀਂ ਆਉਣਾ ਉੱਥੇ। ਤੇ ਫਿਰ ਜ਼ਮੀਨ ਦਾ ਹੱਕ ਕਿਵੇਂ ਇਹਨਾਂ ਨੂੰ ਦਿੱਤਾ ਜਾਵੇਗਾ? ਤੁਸੀਂ ਮੈਨੂੰ ਉਹ ਦੱਸੋ ਵੀ ਜੇ 5 ਧੀ ਪੁੱਤਰ ਜੰਮੇ ਨੇ ਮਾਂ ਪਿਓ ਨੇ ਤੇ 5 ਦਾ ਹੱਕ ਤਾਂ ਬਰਾਬਰ ਹੈਗਾ ਕਿ ਨਹੀਂ ਹੈਗਾ? ਧੀ ਪੁੱਤਰ 'ਚ ਕੋਈ ਫਰਕ ਹੈਗਾ? ਨਹੀਂ ਨਾ ਹੈਗਾ ਧੀ ਪੁੱਤਰ 'ਚ। ਉਹ ਆਂਦੇ ਸਾਡੀ ਬਣਦੀ ਹੈ, ਭਤੀਜਾ ਮੇਰਾ ਆਂਦਾ ਹਾਂ ਤੇ ਮੇਰੀ ਬਣਦੀ ਹੈ, ਤੂੰ ਕੌਣ ਹੁੰਦੀ ਜ਼ਮੀਨ ਲੈਣ ਵਾਲੀ? ਵੀ ਤੇਰਾ ਪੁੱਤਰ ਇੱਕ ਕੈਨੇਡਾ ਗਿਆ ਤੇ ਕੈਨੇਡਾ ਮੈਨੂੰ 20 ਸਾਲ ਦਾ ਨਹੀਂ ਮਿਲਿਆ ਤੇ ਹੁਣ ਕਿੱਥੋਂ ਮੈਨੂੰ ਮਿਲੇਗਾ? ਮੈਂ ਤਾਂ ਉੱਧਰ ਦਾ ਚਾਹ ਹੀ ਲਾਇਆ ਆਇਆ। ਤੁਹਾਡਾ ਪੁੱਤਰ ਤੁਹਾਡੇ ਨਾਲ ਗੱਲਬਾਤ ਕਰ? ਨਾ ਜੀ, ਕੋਈ ਗੱਲਬਾਤ ਨਹੀਂ ਹੋ ਰਹੀ। ਜਾਣ ਲੱਗਾ ਮਿਲ ਕੇ ਗਿਆ? ਨਾ ਜੀ ਨਾ, ਮੈਨੂੰ ਦੱਸਿਆ ਹੀ ਨਹੀਂ। ਮੈਨੂੰ ਤਾਂ ਹੁਣ ਕਿਸੇ ਦਾ ਆਂਢ ਗੁਆਂਢ ਪੁੱਛਿਆ, ਜਿਵੇਂ ਆਪਾਂ ਫੋਨ ਕਰਨੇ ਆ ਤੇ ਉਹ ਆਂਦੇ ਤੁਹਾਡਾ ਲੜਕਾ ਉਹਨਾਂ ਬਾਹਰ ਭੇਜ ਦਿੱਤਾ। ਉਹ ਦਿਨ ਮੈਂ 5 ਦਿਨ ਆਪਦੀ ਮੰਜੀ ਤੋਂ ਨਹੀਂ ਸਹੀ ਤੋਂ ਉੱਠੀ। ਮੈਂ ਕਿਹਾ ਹੁਣ ਮੇਰਾ ਪੁੱਤਰ ਨਹੀਂ ਮੈਨੂੰ ਮਿਲਣਾ। ਚਲੋ ਫਿਰ ਵੀ ਨਾਂ ਤਾਂ ਤੁਹਾਡਾ ਹੀ ਵੱਜੂ, ਪੁੱਤਰ ਤਾਂ ਤੁਹਾਡਾ ਹੀ ਰਹਿਣਾ। ਪਰ ਮੇਰੀਆਂ ਅੰਦਰਾਂ ਤੜਫ ਗਿਆ ਤੇ ਜੇ ਉਸ ਜਗ੍ਹਾ ਤੇ ਜਗਜੀਤ ਹਰੀ ਹੋਣ ਨਾ, ਇਹਨਾਂ ਨੂੰ ਪਤਾ ਲੱਗੇ ਜਿਵੇਂ ਮੇਰੇ ਪੁੱਤਰ ਅਗਲੇ ਖੋਇਆ ਆ, ਮੇਰੀ ਇਹਨਾਂ ਕੋਈ ਮਦਦ ਨਹੀਂ ਕੀਤੀ ਉੱਤੇ। ਉਲਟ ਪਹਿਲੀ ਦੀ ਖਾਤਰ ਵਿੱਚ ਇਹ ਇਹਨਾਂ ਨੂੰ ਲਾਲਚ ਜ਼ਮੀਨ ਦਾ ਇਹਨਾਂ ਨੂੰ ਹੈਗਾ, ਜੇ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੂੰ ਮਾਂ ਭੈਣ ਦਾ ਕੋਈ ਇੱਜ਼ਤ ਦਾ ਨਹੀਂ ਹੈਗਾ ਵੀ ਸਾਡੀ ਮਾਂ ਭੈਣ ਦੀ ਇੱਜ਼ਤ ਕੀ ਚੀਜ਼ ਹੁੰਦੀ ਹੈ। ਸਾਡੀ ਭੈਣ ਨੇ ਇੱਜ਼ਤ ਰੱਖੀ, ਸਾਡੀ 20 ਸਾਲ ਸਾਡੀ ਪੱਗ ਰੱਖੀ। ਮੈਂ ਕਿਸੇ ਤੋਂ ਲਾਮਾ ਨਹੀਂ ਲਿਆ। ਤੁਸੀਂ ਕਿਤੇ ਪਰਖ ਕੀਤੀ ਜੇ ਠੂੜਗੜ੍ਹ ਹੋਰ ਪਿੰਡਾਂ 'ਚ ਪੁੱਛ ਲਿਆ ਵੀ ਉਹ ਭੈਣ ਕਿਵੇਂ ਆ, ਜਿਹਨੇ ਪਿਓ ਦੀ ਇੱਜ਼ਤ ਰੱਖ ਕੇ ਬੰਦਿਆਂ ਵਾਲੇ ਕੰਮ ਮੈਂ ਕੀਤੇ ਨੇ। ਮੈਂ ਖਾਦਾਂ ਵੀ ਪਾਈਆਂ, ਮੈਂ ਪੱਠੇ ਵੀ ਵੱਢੇ ਨੇ, ਮੈਂ ਸਾਰਾ ਕੁਛ ਇਸ ਜਿਹੜੇ 5.5 ਕਿੱਲੇ ਉਹਦੀ ਗੱਲ ਕਰਦੇ, ਉਹਦੇ 'ਚ ਤੁਸੀਂ ਖੁਦ ਖੇਤੀ ਕਰਦੇ? ਆਹ ਖੇਤੀ ਕੀਤੀ ਮੈਂ। ਕਿੰਨੇ ਸਾਲ ਕੀਤੀ? ਅਸੀਂ ਜੀ 2007 12 ਸਾਲ ਕੀਤੀ ਸੀ ਖੇਤੀ। ਤਾਂ 12 ਸਾਲ ਤੁਹਾਡੇ ਭਰਾ ਤੁਹਾਡੇ ਨਾਲ ਵਰਤਦੇ ਰਹੇ ਕਿ ਨਹੀਂ? ਨਾ ਕਦੀ ਵਰਤਦੇ, ਕਦੀ ਡਾਂਗਾ ਚੁੱਕ ਕੇ ਆ ਜਾਂਦੇ ਕਿਸੇ ਨੂੰ ਕਿਸੇ। ਜੇ ਨਹੀਂ ਕੁਛ ਦਿੰਦੀ ਸੀ ਮਾੜਾ ਮੋਟਾ, ਜੇ ਪੈਸਾ ਟਕਾ ਲੈਂਦੇ ਸੀ, ਨਹੀਂ ਦਿੰਦੀ ਸੀ ਤੇ ਫਿਰ ਡਾਂਗਾ ਚੁੱਕ ਲੈਂਦੇ ਸੀ। ਤੇ ਜਦੋਂ ਤੁਹਾਡਾ ਸਹੁਰੇ ਪਰਿਵਾਰ ਦੇ ਨਾਲ ਝਗੜਾ ਹੋ ਜਾਂਦਾ ਹੈ, ਉਦੋਂ ਭਰਾ ਤੁਹਾਡੇ ਨਾਲ ਖੜਦੇ ਆ, ਮਦਦ ਕਰਦੇ? ਉਦੋਂ ਸਾਲ ਖੜਦੇ ਤੇ ਭੌਂਕਦੇ ਨੇ, ਜਵਾਬ ਹੀ ਦੇ ਦਿੱਤਾ। ਇਹ ਪੱਟੀਆਂ ਸੰਮਣ ਆਏ ਨੇ, ਜੇ ਅੰਬਰਸਰ ਸੰਮਣ ਆਏ ਤਾਂ ਸਾਡੀ ਦਾਦੀ ਜੀ ਪੂਰੀ ਹੋ ਗਈ
2003 ਚ ਇਹ 6ਵੇਂ ਮਹੀਨੇ ਹੁੰਦੀ ਹੈ ਪੂਰੀ। ਮੈਂ ਪਹਿਲੇ ਮਹੀਨੇ ਆਈ ਹਾਂ। ਇਹਨੇ ਜਦ ਸੰਮਣ ਆਏ ਤੇ ਇਹਨੇ ਲਿਆ ਕੇ ਇਹਨਾਂ ਦੇ ਕੋਠੇ ਜਿਹੜੇ ਪਹਿਲੇ ਪੁਰਾਣੇ ਸਾਡੇ ਉੱਥੇ ਇਹਨੇ ਤੇਲ ਪਾ ਕੇ ਅੱਗ ਲਾ ਦੀ ਕੋਸ਼ਿਸ਼ ਕਰ ਦਿੱਤੀ, ਮੈਂ ਅੱਗ ਲਾ ਕੇ ਸਾੜ ਦਿਆਂਗਾ, ਇਹ ਕੀ ਬਣਿਆ, ਇਹ ਨਿਕਲ ਜਾਵੇ ਇਹ ਤੋਂ। ਫਿਰ ਸਾਡੇ ਇੱਥੋਂ ਜਿੱਦਣ ਮੈਂ ਆਉਣੀ ਆ ਤੇ ਇਹਨਾਂ ਆਖਿਆ ਫੋਨ ਕਰਕੇ ਵੀ ਤੂੰ ਇਹਨੂੰ ਪਾਸੇ ਕਰ ਦੇ। ਜਦੋਂ ਉਹਨਾਂ ਕੁੱਟ ਕੇ ਮੈਨੂੰ ਘਰੋਂ ਕੱਢਿਆ ਸੀ ਵੀਰੇ, ਉਹ ਮੈਨੂੰ ਕਿਵੇਂ ਮੇਰੇ ਮਗਰ ਆਉਂਦੇ। ਮੈਂ ਮਾਮੇ ਜੀ ਯਾਰਾ ਕੋਲ ਆਪਦੇ ਕੋ ਕੋਟਕਪੁਰੇ ਰਹੀ, ਮਹੀਨਾ ਮੈਂ ਉੱਥੇ ਰੁਲਦੀ ਰਹੀ, ਮੇਰੀ ਕੋਈ ਸੁਣਵਾਈ ਨਾ ਕੀਤੀ। ਜੇ ਘਰ ਆਈ ਮਾਤਾ ਲੈ ਕੇ ਆਈ ਵੀ ਇਸ ਘਰ ਤਾਂ ਆਉਣਾ ਹੀ ਹੈ, ਹੋਰ ਉਹ ਕਿੱਥੇ ਜਾਏਗੀ, ਮਾਂ ਪਿਓ ਦੇ ਬੂਹੇ 'ਤੇ ਆਉਣਾ ਸੀ। ਇਹਨਾਂ ਆ ਕੇ ਹਾਂ ਇਹ ਕਿਉਂ ਲੈ ਕੇ ਆਈ ਹੈ। ਮੇਰੇ ਨਾਲ ਇਹਨਾਂ ਕੋਈ ਸਾਥ ਨਹੀਂ ਦਿੱਤਾ, ਸਾਲ ਡੂੜ ਦਿੱਤਾ ਜਦੋਂ ਸਾਡੀ ਸਾਂਝੀ ਵਾਈ ਚੱਲਦੀ ਰਹੀ। ਤੇ ਭਰਜਾਈਆਂ ਵੀ ਮੈਨੂੰ ਗਾਲੀ ਗਲੋ ਕਰਦੀਆਂ ਸੀ ਵੀ ਇਹ ਗੰਦੀਏ, ਤੈਨੂੰ ਖਾਣ ਦਾ ਵੱਲ ਨਹੀਂ ਆਇਆ, ਤੈਨੂੰ ਵਰਤਨ ਦਾ ਨਹੀਂ ਆਇਆ, ਤੈਨੂੰ ਬੰਦੇ ਨਾਲ ਵਸਣ ਦਾ ਵੱਲ ਨਹੀਂ ਆਇਆ, ਸਾਰਾ ਕੁਛ ਨਾ ਕੀਤਾ। ਚਲੋ ਭੈਣੇ ਇਹ ਤਾਂ ਛੋਟੀਆਂ ਮਹਾਰਾਜ ਤਾਂ ਜਾਣਦਾ ਪਿਆ, ਜੋ ਮੇਰੇ ਨਾਲ ਧੱਕਾ ਉਹਨਾਂ ਕੀਤਾ। ਜੋ ਮਾੜੀ ਸ਼ਬਦਾਵਲੀ ਨਹੀਂ ਕਿਸੇ ਨੂੰ ਬੋਲਣੀ ਚਾਹੀਦੀ, ਬਿਲਕੁਲ। ਤਾਂ ਭੈਣੇ ਇੱਕ ਜ਼ਮੀਨ ਦੇ ਟੁਕੜੇ ਦੀ ਖਾਤਰ ਦੇਖੋ ਤੁਸੀਂ ਕਿੱਡਾ ਜਿਹੜਾ ਪਵਿੱਤਰ ਰਿਸ਼ਤਾ ਹੁੰਦਾ, ਭੈਣ ਭਰਾ ਦਾ ਰਿਸ਼ਤਾ। ਕਹਿੰਦਾ ਭੈਣ ਭਰਾਵਾਂ ਟੁੱਟੀਆਂ ਬਾਹਾਂ ਗੱਲ ਨੂੰ ਆਉਂਦੀਆਂ ਨੇ। ਰੱਖੜੀ ਦਾ ਤਿਉਹਾਰ ਅੱਗੇ ਆ ਰਿਹਾ, ਭੈਣਾਂ ਕਿਵੇਂ ਆਪਣੇ ਭਰਾਵਾਂ ਲਈ ਅਰਦਾਸਾਂ ਕਰਦੀਆਂ ਕਿ ਮੇਰਾ ਭਰਾ ਸਦਾ ਸਲਾਮਤ ਰਵੇ, ਜਿਉਂਦਾ ਰਹੇ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਜ਼ਮੀਨ ਦੇ ਟੁਕੜੇ ਦੀ ਖਾਤਰ ਭੈਣਾਂ ਭਰਾਵਾਂ 'ਚ ਤਰੇੜਾਂ ਇੰਨੀਆਂ ਨਹੀਂ ਪੈਣੀਆਂ ਚਾਹੀਦੀਆਂ? ਜ਼ਮੀਨ ਦਾ ਤਾਂ ਖਾਤਰ ਕੋਈ ਨਹੀਂ ਸੀ। ਮੇਰੇ ਬਾਪੂ ਦੇ ਹਿੱਸੇ ਦੇ ਵਿੱਚ, ਮੈਂ ਪਿਤਾ ਦੇ ਹਿੱਸੇ ਦੇ ਵਿੱਚ ਖਾਂਦੀ ਸੀ, ਮੈਨੂੰ ਤਾਂ ਹਿੱਸਾ ਕੋਈ ਨਹੀਂ ਦਿੱਤਾ ਸੀ। ਪਹਿਲਾਂ ਜਦੋਂ ਦੀ ਮੇਰੇ ਨਾਲ ਮਾਰ ਕੁੱਟ ਹੋ ਰਹੀ, ਮੈਂ ਜ਼ਮੀਨ ਦਾ ਹਿੱਸਾ ਤਾਂ ਨਹੀਂ ਪਹਿਲਾਂ ਮੰਗਿਆ ਸੀ, ਮੈਂ ਤਾਂ ਬਾਪੂ ਦੇ ਹਿੱਸੇ ਦੇ ਵਿੱਚੋਂ ਰੋਟੀ ਖਾਂਦੀ ਸੀ। ਮੇਰਾ ਜਿੱਦਣ ਇਹਨਾਂ ਵੰਡ ਵੰਡਾਈ ਕੀਤਾ, ਇਹਨਾਂ ਕੋਈ ਹਿੱਸਾ ਤਾਂ ਨਹੀਂ ਮੇਰਾ ਕੱਢਿਆ ਸੀ। ਤੇ ਤਾਂ ਹੀ ਮੈਂ ਆਖਿਆ ਸ਼ੁਕਰ ਕੋਈ ਗੱਲ ਨਹੀਂ, ਥੋੜ੍ਹੀ ਵੀ ਦੇ ਦਿੱਤੀ ਮੇਰੇ ਪਿਤਾ ਨੂੰ, ਤੇ ਆਪਾਂ ਤੇ ਨਾ ਜਿਹੀਆਂ ਰੋਟੀ ਖਾਣੀ, ਇਹਨਾਂ ਦੀ ਕਬੀਲਦਾਰੀ ਹੈ। ਮੈਂ ਬੜਾ ਕੋਸ਼ਟ ਕੀਤੀ ਪਰ ਮੈਨੂੰ ਇਹਨਾਂ ਨਹੀਂ ਛੱਡਿਆ, ਮੇਰੇ ਪੈਰਾਂ ਥੱਲੇ ਇਹਨਾਂ ਅੱਗ ਬਾਲੀ। ਮੈਂ ਤਾਂ ਜਾ ਕੇ ਮਨੀਸ਼ਾ ਗੁਲਾਟੀ ਦੇ ਪੇਸ਼ ਹੋਈ ਹਾਂ ਤੇ ਮੇਰੀ ਸੁਣਵਾਈ ਕੀਤੀ ਜੇ। ਮੈਂ ਠਾਣੀਆਂ ਕਚਹਿਰੀਆਂ ਜੇ ਮੇਰੇ ਵੇਖੋ ਰਜਿਸਟਰ, ਮੇਰੀ ਕਿਸੇ ਸੁਣਵਾਈ ਨਹੀਂ ਕੀਤੀ, ਕੋਈ ਪੁਲਿਸ ਵਾਲੇ ਨਹੀਂ ਕੀਤੀ, ਕਿਸੇ ਨੇ ਜਿੱਥੇ ਮੈਂ ਜਾਂਦੀ ਸੀ ਮੇਰੀ ਕੋਈ ਸੁਣਵਾਈ ਨਹੀਂ ਹੋਈ। ਤੇ ਮੈਂ ਕਿਹਾ ਮੇਰਾ ਮਾਲਕ ਕਰੇਗਾ ਬਾਬਾ ਨਾਨਕ। ਪਰਮਾਤਮਾ ਤੇ ਡੋਰੀਆਂ। ਭੈਣੇ ਭੈਣ ਵੀ ਰੋ ਰਹੀ ਆ, ਤੁਸੀਂ ਵੀ ਸਾਰੇ ਰੋ ਰਹੇ ਹੋ। ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਭੈਣਾਂ ਭਰਾਵਾਂ ਦਾ ਇੱਕ ਪਵਿੱਤਰ ਰਿਸ਼ਤਾ ਜ਼ਮੀਨ ਦੇ ਟੁਕੜੇ ਦੀ ਖਾਤਰ ਟੁੱਟ ਗਿਆ। ਭੈਣ ਆਪਣਾ ਹਿੱਸਾ ਮੰਗ ਰਹੀ, ਕਹਿੰਦੇ ਬਾਪ ਦੇ ਹਿੱਸੇ 'ਚੋਂ ਮੈਂ ਹਿੱਸਾ ਮੰਗਦੀ ਆ, ਮਾਂ ਬਾਪ ਦੀ ਸੇਵਾ ਕੀਤੀ ਆ। ਕੱਲ ਨੂੰ ਗੱਲ ਤਾਂ ਉਹੀ ਆ ਗਈ, ਕੱਲ ਨੂੰ ਫਿਰ ਤੁਸੀਂ ਕਹੋਗੇ ਕਿ ਸਾਡਾ ਹਿੱਸਾ ਦਿਓ। ਇਹ ਤੁਹਾਡੀਆਂ ਜਿਹੜੀਆਂ ਅਸੀਂ ਤਾਂ ਪਹਿਲਾਂ ਨਹੀਂ ਸੀ ਮੰਗ, ਸਾਡਾ ਤਾਂ ਪਿਤਾ ਚਾਹੀਦਾ। ਸਾਨੂੰ ਗੱਲ ਵੀ ਨਹੀਂ ਕਰਨ ਦਿੰਦੇ, ਸਾਨੂੰ ਘਰ 'ਚ ਵੜਨ ਨਹੀਂ ਦਿੰਦੇ। ਜਿਹੜਾ ਆਵੇਗਾ ਅਸੀਂ ਭਜਾ ਦਿਆਂਗੇ, ਸਾਡੇ ਘਰ ਕੋਈ ਨਾ ਆਵੇ। ਤੁਸੀਂ ਚਾਹੁੰਦੇ ਹੋ ਕਿ ਭਰਾਵਾਂ ਨਾਲ ਵਰਤਿਆ ਜਾਵੇ, ਮਾਂ ਬਾਪ ਦੇ ਨਾਲ ਵਰਤਿਆ ਜਾਵੇ? ਮੇਰਾ ਉਹ ਵਰਤਣ ਵਾਲੀ ਗੱਲ ਹੀ ਉਹਨਾਂ ਨੇ ਕੀਤੀ। ਹਾਂ, ਜਦੋਂ ਕਿਸੇ ਸਾਨੂੰ ਬੋਲ ਹੀ ਨੇ ਕਰਦੇ ਨੇ। ਸਾਡਾ ਪਿਓ ਲੈ ਗਏ, ਪਿਓ ਨੂੰ ਮੱਥੇ ਨਹੀਂ ਲੱਗਣ ਦਿੰਦੇ। ਇੱਥੇ ਮੈਂ ਆਉਣੀ ਆ, ਇੱਥੇ ਕੰਦੋਂ ਛਾਤੀ ਮਾਰਨੀ, ਮੈਂ ਸਾਨੂੰ ਨਹੀਂ ਦੇਤਾ, ਵੜ ਨਹੀਂ ਦਿੰਦੇ ਸਾਨੂੰ। ਆਦੇ ਨਾ ਕੋਈ, ਮੈਂ 3 ਬੱਚਿਆਂ ਦਾ ਵਿਆਹ ਕੀਤਾ, ਇੱਕ ਵਿਆਹ ਤਾਂ ਨਾਨਕੀ ਸ਼ਕਲ ਗਏ ਤੇ ਸਾਡੀ ਮਾਤਾ ਮੇਰੇ ਤੋਂ ਬੱਚਿਆਂ ਦਾ ਕਰ ਕੀਤਾ, ਇਹਨਾਂ ਕੱਖ ਨਹੀਂ। ਮੈਂ ਫਿਰ ਕਾਹਦਾ ਇਹਨਾਂ ਭਰਾਵਾਂ ਫਿਰ, ਮੈਂ ਤਾਂ ਫਿਰ ਆਣੀ 37 ਹਿੱਸੇ ਸਾਡੀ ਪੈਲੀ ਹੋ ਜੇ। ਜੋ ਆਪ ਚਾਹੁੰਦੇ ਹੋ ਕਿ ਜਿੰਨੇ ਬਾਪੂ ਸਮੇਤ 7 ਹਿੱਸੇ, 3 ਭੈਣਾਂ 2 ਭਰਾ, 7 ਹਿੱਸੇ ਹੋਣੇ ਚਾਹੀਦੇ? ਹਾਂਜੀ, ਅਸੀਂ ਤੇ ਇਹ ਚਾਹੁੰਦੇ ਹਾਂ। ਜੇ ਰਵਾ ਜਿਵੇਂ ਦੀ ਚੱਲ ਸਾਡੇ ਤਾਂ ਅਸੀਂ ਚੱਲ ਜਾਂਗੇ। ਜਿਹੜੀ ਗੱਲ ਸਾਡੀ ਹੈਗੀ ਹੈ ਸੱਚੀ ਖਰੀ ਹੈ, ਆਪਾਂ ਤਾਂ ਉਹ ਝੂਠ ਨਹੀਂ ਮਾਰਦੇ। ਸਾਡਾ ਪਿਓ ਮਿਲਣਾ ਚਾਹੀਦਾ ਸਾਨੂੰ। ਸਾਨੂੰ ਪਿਓ ਸਾਡਾ ਝੂਠ ਟੁੱਟਾ ਸਾਡੇ ਮੱਥੇ ਨਹੀਂ ਉੱਠਣਾ, ਸਾਨੂੰ ਘਰ ਵੜ ਨਹੀਂ ਦਿੱਤਾ। ਨਾ ਸਾਡੇ ਭਰਜਾਈਆਂ ਨੂੰ ਮੇਰੇ ਨਾਲ ਬੋਲਾ ਚਾਰੀ, ਨਾ ਮੇਰੇ ਭਰਾਵਾਂ, ਨਾ ਭਤੀਜੀਆਂ ਭਰਜਾਈਆਂ। ਤਾਂ ਭੈਣੇ ਤੁਸੀਂ ਭੈਣੇ ਗਏ ਸੀ ਬਾਪੂ ਜੀ ਉਹਨਾਂ ਨੂੰ ਮਿਲਣ, ਕੀ ਕਹਿੰਦੇ ਭੈਣ ਤੇ ਭਰਜਾਈਆਂ ਤੁਹਾਨੂੰ ਮਿਲਣ ਦਿੱਤਾ? ਉਹ ਵੀਰੇ ਮੈਂ ਗਈ ਇੱਥੋਂ, ਮਾਤਾ ਮੈਨੂੰ ਕਹਿੰਦੀ ਮੈਂ ਤੇ ਪਿੰਡੋਂ ਆਈ ਚੱਲ ਕੇ, ਤੇ ਮਾਤਾ ਆਂਦੀ ਵੀ ਜਾ ਤੂੰ ਆਪਦੇ ਨਾ ਡੈਡੀ ਨੂੰ ਜਾ ਤੂੰ ਮਿਲ ਕੇ ਆ, ਵੀ ਤੈਨੂੰ ਤਾਂ ਨਹੀਂ ਕੁਛ ਆਂਦੇ, ਤੂੰ ਆਪਦੇ ਘਰੋਂ ਆਈ, ਚੱਲ ਵੈਰ ਹੋਵੇਗਾ ਸਾਡੇ ਨਾਲ ਹੋਵੇਗਾ ਜਿਹੜਾ ਅਸੀਂ ਮੁੱਢੇ ਬੈਠੇ ਆ, ਤੇ ਤੇਰੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਹੈਗੀ। ਮੈਂ ਇਹ ਚੱਲ ਮੈਂ ਚਲੀ, ਮੇਰਾ ਜੀ ਨਾ ਕਰੇ ਤੇ ਮੈਨੂੰ ਮਾਤਾ ਆਖੇ ਜਾ, ਮੈਂ ਵੀ ਹੁਣ ਇਹਦੀ ਵੀ ਮੈਨੂੰ ਸੁਣਨੀ ਪੈਣੀ, ਮੈਨੂੰ ਜਾਣਾ ਤਾਂ ਪੈਣਾ ਹੀ ਹੈ। ਮੈਂ ਗਈ ਤੇ ਪਹਿਲਾਂ ਕੋਈ ਨਹੀਂ, ਮੈਂ ਕਿਹਾ ਬਾਪੂ ਚੱਲ, ਮੈਂ ਕਿਹਾ ਮੈਂ ਤੈਨੂੰ ਨਵਾਵਾਂ, ਮੈਂ ਕਿਹਾ ਮੈਂ ਤੈਨੂੰ ਨਵਾਉਣਾ ਹੀ, ਵੇਖ ਤੇਰਾ ਹਾਲ ਕੀ ਬਣਿਆ ਪਿਆ, ਧੀਆਂ ਨੂੰ ਹੁੰਦਾ ਤਾਂ ਹੈ। ਮੈਂ ਤੇਰਾ ਹਾਲ ਕੀ ਬਣਿਆ, ਮੈਂ ਕਿਹਾ ਤੇਰੇ ਚੱਪਲਾਂ ਦਾ ਕੀ ਹਾਲ ਬਣਿਆ, ਤੇ ਲੀੜਿਆਂ ਦਾ ਕੀ ਹਾਲ ਬਣਿਆ, ਚੱਲ ਗਰਮੀ ਹੈ ਮੈਂ ਤੈਨੂੰ ਨਵਾਉਣੀ ਆ। ਮੈਂ ਲੈ ਗਈ, ਬਾਪੂ ਤੁਰ ਪਿਆ ਹੈ, ਨਵਾਇਆ ਏ, ਤੇ ਮੇਰੀ ਭਰਜਾਈ ਨੇ ਨਵਾਇਆ ਕਿ ਅੱਗੇ ਤੂੰ ਨਵਾਣੀ, ਚੱਲ ਕੋਣੀ ਇਹ, ਚੱਲ ਆਈ ਏ ਨਵਾ ਲਵੇ। ਮੈਂ ਨਵਾਉਣ ਲੱਗ ਪਈ, ਨਵਾਇਆ। ਬਾਪੂ ਦੇ ਕੱਪੜੇ ਕੋਈ ਨਹੀਂ ਸੀ, ਜਿਹੜੇ ਇੱਧਰੋਂ ਕਮੀਜ਼ ਪਾ ਕੇ ਗਿਆ ਸੀ, ਚਾਦਰ ਬੱਧੀ ਸੀ ਉਹੋ ਹੀ ਸੀ, ਕੋਈ ਬਾਪੂ ਦੇ ਨਾ ਸਿਰ ਤੇ ਪੱਗ ਤੇ ਨਾ ਕੁਛ, ਉਹੀ ਜਿਹੜੇ ਘਰੋਂ ਪਾਏ ਸੀ ਉਹੀ ਲੀੜੇ। ਬਿਸਤਰਾ ਵੀ ਇੱਥੋਂ ਸਾਡੇ ਘਰੋਂ ਚੁੱਕ ਕੇ ਲੈ ਗਏ,
ਇਹ ਉਦੋਂ ਦੇ ਇੱਥੇ ਆਈ ਸੀ ਜਿੱਦਣ ਬਾਪੂ ਨੂੰ ਚੁੱਕ ਕੇ ਲਗਾਏ ਅਗਲੇ ਦਿਨ ਮੈਂ ਆ ਗਈ, ਇਹਨਾਂ ਨੂੰ ਘਰੋਂ ਕੱਢ ਦਿੱਤਾ। ਮੈਂ ਕਿਹਾ ਬਾਪੂ ਨੇ ਕੀ ਗੱਲਬਾਤ ਕੀਤੀ ਕਿ ਮੈਂ ਉੱਥੇ ਰਹਿ ਕੇ ਖੁਸ਼ ਹਾਂ? ਬਾਪੂ ਨਾਲ ਕੋਈ ਗੱਲਬਾਤ ਨਹੀਂ, ਕੋਲ ਖਲੋਤੇ ਰਹੇ ਨੇ। ਮੈਂ ਬਾਪੂ ਨੂੰ ਨਵਾ ਨੂੰ ਦਿੱਤਾ, ਨਵਾ ਕੇ ਮੈਂ ਕੱਪੜੇ ਪਾ ਦਿੱਤੇ ਨੇ। ਉਹਨੇ ਜਦੋਂ ਉਹ ਮੇਰੀ ਭਰਜਾਈ ਨੇ ਫੋਨ ਕੀਤਾ, ਮੇਰੇ ਭਰਾ ਨੂੰ ਵੀ ਕਰਤਾ, ਭਤੀਜੇ ਨੂੰ ਵੀ ਕਰਤਾ। ਉਹ ਇੱਥੇ ਫੱਡ ਮਾਰਦੇ ਪਏ ਸੀ, ਵੱਟਾਂ ਲਿਪਦੇ ਪਏ ਸੀ। ਉਹ ਗਏ ਚਲੇ ਨੇ, ਉਹ ਗਏ ਚਲੇ ਤੇ ਆਂਦਾ ਹੈ ਤੂੰ ਕੌਣ ਹੁੰਨੀ? ਮੈਂ ਆਖਿਆ, ਮੈਂ ਕਿਹਾ ਚੱਲ ਫਿਰ ਕੀ ਹੋ ਗਿਆ? ਮੈਂ ਕਿਹਾ ਮੈਂ ਤਾਂ ਆਈ ਹਾਂ ਬਾਪੂ ਨੂੰ ਨਵਾਉਣ, ਤੇ ਮੈਂ ਬਾਪੂ ਨੂੰ ਮਿਲ ਕੇ ਆਉਣੀ ਆ। ਅੱਗੇ ਤੂੰ ਕਿੱਥੇ ਸੀ? ਫਲਾਣ ਸੀ, ਟਮਕਾਣ ਸੀ। ਮੈਂ ਆਖਿਆ ਵੀ ਮੈਂ ਚੱਲ ਆਈ ਹਾਂ, ਮੇਰਾ ਜੀ ਕੀਤਾ। ਮੈਂ ਕਿਹਾ ਚੱਲ ਮੈਂ ਉਹਦੇ ਪਿਓ ਨੂੰ ਨਵਾ ਦੇਣੀ ਆ। ਹਾਂ ਤੂੰ ਕੌਣ ਹੁੰਨੀ ਹੈ? ਮੈਂ ਇਹ ਨਾ ਰਸੀਦ ਕੀਤੀ, ਕਰਾ ਲਈ, ਇਹ ਨਾ ਚੰਗਾ ਨਹੀਂ ਕੀਤਾ। ਤੇ ਮੈਂ ਆਖਿਆ ਵੀ ਕਿਹੜੀ ਗਾਂ ਕੋਠੇ ਤੇ ਚੜ ਗਈ? ਰਸੀਦ ਹੀ ਹੋ ਗਈ, ਚੱਲ ਕੋਈ ਗੱਲ ਨਹੀਂ, ਭੈਣਾਂ ਭਰਾ ਬਾਵਾਂਗੇ, ਚੱਲ ਕੋਈ ਨਹੀਂ, ਉਹਦਾ ਹੱਲ ਵੀ ਮਸਲੇ ਦਾ ਹੋ ਜਾਂਦਾ, ਕੀ ਨਹੀਂ ਹੋ ਸਕਦਾ। ਤੇ ਮੈਂ ਇਹ ਮੇਰਾ ਭਰਾ ਬੋਲਿਆ ਵੀ ਜੇ ਗਾਂ ਚੜੀ ਤੇ ਮੈਂ ਲਾਭ ਦਿੱਤੀ ਤੇ ਤੂੰ ਮੇਰੀ ਵੇਲੀ 'ਚ ਬਾਹਰ ਹੋ ਜਾ, ਤੇ ਮੈਂ ਲੱਤਾਂ ਤੇਰੀਆਂ ਤੋੜ ਦਿਆਂਗਾ। ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਤੁਸੀਂ ਵਾਪਸ ਆ ਗਏ? ਬਾਪੂ ਉੱਥੇ ਰਹਿ ਗਿਆ। ਬਿਲਕੁਲ। ਤਾਂ ਭੈਣ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਗਿਆ। ਮਾਤਾ, ਬੁੱਢੇ ਉਮਰੇ ਹੁਣ ਤੁਸੀਂ ਫਿਰ ਇਦਾਂ ਹੀ ਕੋਰਟ ਕਚਹਿਰੀਆਂ 'ਚ ਧੱਕੇ ਖਾਂਦੇ ਰਹੋਗੇ? ਮੈਨੂੰ ਤਾਂ ਪਤੀ ਚਾਹੀਦਾ, ਮੈਨੂੰ ਤਾਂ ਬੰਦਾ ਚਾਹੀਦਾ, ਉਹਦੀ ਮੈਂ ਸੇਵਾ ਕਰਾਂ, ਉਹਦੇ ਮੈਂ ਚਰਨ ਧੋਵਾਂ, ਜਿਹਦੇ ਨਾਲ ਮੈਨੂੰ ਲਾ ਕੇ ਮਾਪਿਆਂ ਨੇ ਫੜਾ ਦਿੱਤਾ ਸੀ। ਮੈਂ ਰਾਜੇ ਦੀ ਰਜਨੀ ਤਰ੍ਹਾਂ ਮੈਂ ਪਿੰਗਲੇ ਨਾ ਕੱਟੀ, ਉਹਦੇ ਮੂੰਹ ਤੋਂ ਰੋਟੀ ਨਹੀਂ ਸੀ ਖਾਧੀ ਜਾਂਦੀ। ਆ ਬੱਚੀਆਂ ਤੋਂ ਮੇਰਾ ਨਹੀਂ ਖਾਣਾ, ਮੈਂ ਪਤੀ ਲੈਣਾ ਹੈ, ਮੈਂ ਕੁਛ ਨਹੀਂ ਲੈਣਾ, ਮੈਂ ਸਰਦਾਰ ਦੀ ਸੇਵਾ ਕਰਾਂਗੀ ਜਿੰਨਾ ਚਾਹੁੰਦੀ। ਸਾਰੀ ਜ਼ਿੰਦਗੀ ਨਾਲ ਲੰਘਾਈ ਬਾਪੂ ਨੇ, ਤੁਹਾਡੇ ਪਤੀ ਨੇ, ਹੁਣ ਉਹ ਮਿਲ ਨਹੀਂ ਦਿੱਤਾ ਜਾ ਰਿਹਾ। 68 ਵਰੇ ਹੋ ਗਏ ਨੇ, 68 ਵਰੇ ਮੈਨੂੰ। 60 ਵਰੇ ਹੋ ਗਏ ਤੁਹਾਡੇ ਵਿਆਹ ਹੋਏ? ਉਹ ਤਾਂ 15 ਸਾਲ ਦੀ ਮੇਰੇ ਸਾਲ ਜਦੋਂ ਮੇਰਾ ਵਿਆਹ ਹੋ ਗਿਆ। ਹੁਣ ਤਾਂ ਲੋਕੀ ਵੱਡੀਆਂ ਕਰਕੇ ਵਿਆਹੁੰਦੇ। ਤਾਂ ਲੱਗਦਾ ਕਿ ਮਾਤਾ, ਜੇ ਇਹ ਭੈਣ ਇਸ ਘਰ 'ਚ ਨਾ ਬੈਠਦੀ, ਇਹਨਾਂ ਦਾ ਸਹੁਰਿਆਂ ਦੇ ਨਾਲ ਝਗੜਾ ਨਾ ਹੁੰਦਾ, ਅੱਜ ਇਹ ਜ਼ਮੀਨ ਦਾ ਝਗੜੇ ਨਹੀਂ ਪੈਣੇ ਸੀ? ਨਾ ਪਹਿਲੋਂ ਹੀ ਉਹ ਜਦੋਂ ਆਈਆਂ ਨੇ ਨਾ, ਉਦੋਂ ਹੀ ਚੰਬੜ ਗਈਆਂ ਨੇ ਵੀ ਤੂੰ ਕਰੋ ਚੌਂਕਿਓ ਬਾਹਰ ਹੋ। ਤਾਂ ਭੈਣੇ ਫਿਰ ਜੇ ਮਾਤਾ ਤਾਂ ਕਹਿ ਰਹੀ ਹੈ ਕਿ ਮੈਨੂੰ ਸਿਰਫ ਆਪਣਾ ਪਤੀ ਪਰਮੇਸ਼ਰ ਚਾਹੀਦਾ, ਮੈਂ ਉਹਦੀ ਸੇਵਾ ਕਰਨੀ ਚਾਹੁੰਦੀ ਹਾਂ, 68 ਵਰੇ ਜ਼ਿੰਦਗੀ ਦੇ ਲੰਘਾਏ ਆ, ਪਰ ਤੁਸੀਂ ਹੁਣ ਕੀ ਚਾਹੁੰਦੇ ਹੋ? ਜੇ ਜ਼ਮੀਨ ਦਾ ਮਸਲਾ ਹੱਲ ਨਹੀਂ ਹੁੰਦਾ, ਜੇ ਜ਼ਮੀਨ ਜਿਹੜੀ 5.5 ਕਿੱਲੇ ਪੈਲੀ ਪਤੀ ਦੀ ਜਿਹੜੀ ਪੈਲੀ ਗਏ, ਉਹ ਹੱਕ ਚਾਹੀਦਾ ਮੈਨੂੰ। ਪਤੀ ਦੇ ਨਾਂ ਹੀ ਰਹੇ ਜੇ, ਉਹ ਪਤੀ ਦੇ ਨਾਂ ਹੀ ਮੈਂ ਨਹੀਂ ਰਹਿ ਜੇ ਹੱਕ। ਮਗਰੋਂ ਆਖੇ ਮੇਰੀ ਜਨਾਨੀ ਜਿਹੜਾ ਅੱਗੇ ਚੱਲ ਗਿਆ ਉਹਦੀ, ਉਹ ਜਿਹੜੀ 5.5 ਕਿੱਲੇ ਆ, ਅੱਧੀ ਤਰ੍ਹਾਂ ਅੱਗੇ ਨੇ ਕੁੜੀ ਦੇ ਨਾਂ। ਤਾਂ ਮਾਤਾ ਦੇਖੋ, ਭੈਣ ਦਾ ਬੱਚਾ ਤਾਂ ਬਾਹਰ ਕੈਨੇਡਾ ਚਲਾ ਗਿਆ ਹਨਾ, ਚਲੋ ਭੈਣ ਤਰਸ ਰਹੀ ਹੈ ਕਿ ਮੇਰਾ ਬੱਚਾ ਮੈਨੂੰ ਨਹੀਂ ਮਿਲਿਆ, ਅੱਜ ਰੋ ਵੀ ਰਹੀ ਆ, ਭਾਵੁਕ ਆ। ਹੁੰਦਾ ਹੀ ਆ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਪਤੀ ਨਹੀਂ ਤੁਹਾਨੂੰ ਮਿਲ ਰਿਹਾ, ਤੁਸੀਂ ਤੜਫ ਰਹੇ ਹੋ, ਤੁਸੀਂ ਕੰਨ ਤੋਂ ਦੇਖਦੇ ਹੋ, ਮਿਲ ਨਹੀਂ ਦਿੱਤਾ ਜਾ ਰਿਹਾ, ਗੱਲਬਾਤ ਨਹੀਂ ਸਾਂਝੀ ਕਰ ਦਿੱਤੀ। ਟੁੱਟਾ ਤੇ ਪਾਣੀ ਮੰਗਦਾ ਜਾਂਦੇ ਨੇ, ਜਾ ਉੱਥੋਂ ਟੂਟੀ ਤੋਂ ਪੀਲਾ ਕੰਜਰ, ਕੁੱਤਿਆ ਭੌਂਕਣਾ ਪਿਆ, ਮੇਥੋਂ ਸੱਲ ਨਹੀਂ ਜਰੇ ਜਾਂਦੇ, ਮੇਥੋਂ ਸੱਲ ਨਹੀਂ ਜਰੇ ਜਾਂਦੇ। ਘਰ ਦਾ ਸਰਦਾਰ ਹੋਵੇ ਤਾਂ ਮੇਥੋਂ ਜਰੇ ਨਹੀਂ ਜਾਂਦੇ। ਤਾਂ ਮਾਤਾ, ਜੇ ਇਹ ਹੋ ਜੇ ਕਿ ਜਿੰਨਾ ਚਿਰ ਜ਼ਿੰਦਗੀ 'ਚ ਤੁਸੀਂ ਬੈਠੇ ਆ, ਤੁਹਾਨੂੰ ਖਰਚਾ ਖਾਣ ਲਈ ਦਿੱਤਾ ਜਾਵੇ, ਜਿੰਨਾ ਚਿਰ ਭੈਣ ਹੁਣੇ ਬੈਠੇ ਆ, ਇਹਨਾਂ ਨੂੰ ਖਰਚਾ ਖਾਣ ਲਈ ਦਿੱਤਾ ਜਾਵੇ, ਇਹ ਠੀਕ ਨਹੀਂ? ਤੁਸੀਂ ਆਪਾਂ ਪਹਿਲੀ ਲੱਗੀ ਹੋਵੇਗੀ ਤੇ ਫਿਰ ਮੇਰੀ ਸੇਵਾ ਕਰਨੀ, ਹੱਕ ਲਾਂਗੀ ਤੇ ਫਿਰ ਮੇਰੇ ਪੈਰ ਫੜਨਗੇ। ਜੇ ਮੇਰੇ ਕੋਲ ਹੱਕ ਨਾ ਆਇਆ ਤੇ ਫਿਰ ਮੈਨੂੰ ਛਿੱਤਰ ਮਾਰ ਕੇ ਕੱਢ ਦੇਣਗੇ। ਜਿਹੜੀ ਖੋਈ ਗਈ ਪਹਿਲੀ ਮੇਰੀ ਖਰਚ ਹੋ ਜੇ, ਫਿਰ ਸਰਦਾਰ ਭਾਵੇਂ ਕਿਸੇ ਨੂੰ ਮਰਲਾ ਦੇ, ਭਾਵੇਂ ਧੀਆਂ ਨਹੀਂ ਲੈਂਦੀਆਂ, ਧੀਆਂ ਮੇਰੀਆਂ ਦੋਵੇਂ ਹੀ ਆਂਦੀਆਂ ਨੇ, ਅਸੀਂ ਨਹੀਂ ਲੈਂਦੇ ਕੋਈ, ਪਰ ਜਿਹੜੀ ਜ਼ਬਾਨ ਆਪਦੀ ਠੰਡੀ। ਤਾਂ ਤੁਸੀਂ ਕਹਿ ਰਹੇ ਸੀ ਭੈਣੇ ਕੁਛ? ਕੀ ਕਹਿ ਰਹੇ ਸੀ? ਮੈਂ ਆਖਿਆ ਵੀ ਪਹਿਲੀ ਜਿਹੜੀ 16 ਦੇ 16 ਸਾਡੇ ਬਾਪੂ ਦੇ ਨਾਲ 16.5 ਖਰਚ ਸਾਰੀ ਕੀਤੀ ਜੇ, ਨਾ ਪੁੱਤਰਾਂ ਕੋਲ ਰਵੇ ਤੇ ਨਾ ਸਾਡੇ ਕੋਲ ਰਵੇ, ਆਪੇ ਜਦੋਂ ਮਰੇ ਤੇ ਪਿੱਛੇ ਜੋ ਮਰਜ਼ੀ ਹੋਵੇ ਫਿਰ। ਉਹ ਤਾਂ ਫਿਰ ਭੈਣੇ ਉਹ ਤਾਂ ਆਟੋਮੈਟਿਕ ਆ ਨਾ, ਕੁਦਰਤੀ ਤੌਰ ਤੇ ਉਹ ਸਾਰਿਆਂ ਦੇ ਜਿੰਨੇ ਜੀ ਜਾਉਂਦੇ ਹੋਣਗੇ ਉਹਨਾਂ ਦੇ ਹਿੱਸੇ ਚੜ ਜਾਣਗੇ। ਹਿੱਸਾ ਬਣਨਾ ਉਹ ਲੈਣਾ ਪੈਣਾ। ਜਦੋਂ ਆਪਾਂ ਨੂੰ ਭਰਾ ਨਹੀਂ ਪੁੱਛਦੇ, ਰਖੜੀ ਦੀ ਤੇ ਦੂਰ ਦੀ ਵੀਰ ਗੱਲ, ਮੈਨੂੰ ਤਾਂ ਫੋਕਾ ਪਾਣੀ ਨਹੀਂ ਪੁੱਛਿਆ ਜੋ ਮੈਂ ਆਈ ਆ। ਨਹੀਂ ਤੇ ਭਰਾਵਾਂ ਦਾ ਹੱਕ ਨਹੀਂ ਹੈਗਾ ਵੀ ਮੇਰਾ ਦਾਵਾ ਵੀ ਜਿਵੇਂ ਮਰਜ਼ੀ ਭਾਵੇਂ ਤੂੰ ਭੈਣ ਕਿਉਂ ਵੱਖਰਾ ਅੱਡ। ਕਿੰਨੇ ਸਾਲ ਹੋ ਗਏ ਭੈਣੇ ਤੁਹਾਡੇ ਇਸ ਝਗੜੇ ਨੂੰ? ਮੈਨੂੰ ਹੋ ਗਏ ਨੇ ਝਗੜੇ ਨੂੰ 20 ਸਾਲ ਹੋ ਗਏ। ਨਹੀਂ, ਤੁਹਾਡੇ ਉਹ ਪੇਕੇ ਸਹੁਰੇ ਪਰਿਵਾਰ ਦੀ ਨਹੀਂ ਗੱਲ ਕਰਦਾ, ਜਿਹੜੇ ਇੱਥੇ ਤੁਹਾਡੇ ਭਰਾਵਾਂ ਦੇ ਨਾਲ। ਇੱਥੇ 12 ਚ ਚੱਲਿਆ ਸਾਡਾ ਝਗੜਾ, 2012 ਤੋਂ। 2018 ਚ ਕਣਕ ਵੱਢੀ ਉਹਨਾਂ 18 ਚ ਨਹੀਂ ਵੱਡੀ ਤੇ 20 ਚ। 18 ਚ ਸਾਨੂੰ ਝੋਨਾ ਨਹੀਂ ਇਹਨਾਂ ਲਾਉਣ ਦਿੱਤਾ ਨਾ, ਤੇ ਝੋਨਾ ਫਿਰ ਸਾਡਾ ਫੱਡ ਵੱਜਾ ਰਿਹਾ, ਤੇ ਫਿਰ ਬੰਦਿਆਂ ਨੂੰ ਕਰਕੇ ਤੇ MLA ਨੇ, ਉਦੋਂ ਇਹਦਾ ਪਤੀ ਵੀ ਜਿਉਂਦਾ ਸੀ, ਜਸਵੀਰ ਸਿੰਘ ਦੌਲੇ ਵਾਲੇ ਤੋਂ, ਉਹਨਾਂ ਲਾ ਕੇ ਰੱਖ ਕੇ ਤੇ ਫਿਰ ਖੀਰ ਤੇ ਅਸੀਂ ਅੰਡ ਤੇ ਝੋਨਾ ਲਾਇਆ ਵੀ ਹੈਗੀ ਸੀ 28 29 ਹਾੜ। ਉਦੋਂ ਸਾਨੂੰ ਉਹ ਝੋਨਾ ਤਾਂ ਤੁਸੀਂ ਵੱਢਿਆ? ਉਹ ਵੱਢਿਆ ਹੋ ਰਿਹਾ, ਵੱਢਿਆ ਸਾਡਾ ਬੇਕਾਰ ਗਿਆ। ਉਦੋਂ ਪਾਉਂਗੇ ਕਣਕ ਬੀਜੀ ਤੇ ਆਹ ਸਾਡੇ ਨਾਲ ਪੰਗਾ ਬਣ ਗਿਆ।
ਤਾਂ ਜੇ ਭੈਣੇ ਨਹੀਂ ਮਸਲਾ ਹੱਲ ਹੁੰਦਾ, ਕੁਝ ਵੀ ਨਹੀਂ ਹੁੰਦਾ, ਫਿਰ ਤੁਸੀਂ ਕੀ ਚਾਹੁੰਦੇ ਆ ਕਿ ਕੀ ਹੋਣਾ ਚਾਹੀਦਾ ਆਖਰ? ਸਾਡੀ ਜੋ ਜ਼ਮੀਨ ਹੈ ਜਿਹੜੀ ਸਾਡੀ ਕਬਜ਼ਾ ਕੀਤਾ ਹੈ ਉਹ ਛੱਡੀ ਜਾਵੇ। ਅਸੀਂ ਆਪ ਵਾਹੀ ਖੇਤੀ ਕਰਾਂਗੇ ਤਿੰਨੇ ਜੀ, ਮੇਰਾ ਪਿਤਾ, ਮੇਰੀ ਮਾਤਾ, ਮੈਂ, ਜਿਵੇਂ ਅਸੀਂ ਅੱਗੇ ਕਰਦੇ ਵਿਕਾਸ ਕਰਦੇ ਹਾਂ ਉਹਨਾਂ ਕੀਤਾ ਜਾਏਗਾ। ਤਾਂ ਅਸੀਂ ਨਹੀਂ ਦੇ ਸਕਦੇ ਇਹਨੂੰ, ਉਹ ਪਹਿਲੀ ਅਸੀਂ ਭਾਵੇਂ ਸਾਡੀ ਵੇਲੀ ਪਈ ਰਹੇ। ਇਹਨਾਂ ਨਾਲ ਵਾਹੀਏ ਜਿਹੜੀ 5.5 ਕਿੱਲੇ ਹੈ ਨਾ, ਉਹ ਅਸੀਂ ਇਹਨਾਂ ਨੂੰ ਨਹੀਂ ਦੇ ਸਕਦੇ। ਬਿਲਕੁਲ ਅੱਬਾ ਤਾਂ ਸਾਰੀ ਡੀਡ ਹੋਈ ਵੀ ਖਾਰਜ ਕਰੇਗੀ, ਉਹ ਸਾਰੀ ਕੈਸੋ ਉਹ ਬੀਬੀ ਨੂੰ ਆਖਿਆ ਵਾਪਸ ਆ ਜੇ ਸਾਡੀ ਬਾਪੂ ਦੇ ਨਾਂ ਵਾਪਸ ਆ ਜੇ, ਤੇ ਨਹੀਂ ਤਾਂ 5.5 ਕਿੱਲੇ ਤਾਂ ਨਾ ਸਾਡਾ ਹੱਕ ਹੈ। ਅਸੀਂ ਉਸ ਪਹਿਲੀ ਨਾ ਇਸ ਮੋਟਰ 'ਚ ਮੈਂ ਵੜਦਾ, ਨਾ ਮੈਂ ਆਪਦੀ ਹੁਣ ਪੱਠੇ ਬੀਜਣ ਲਈ ਕਿੰਨੀ ਜਗ੍ਹਾ ਦਿੱਤੀ ਗਈ ਹੈ ਆਹ ਤੁਹਾਨੂੰ? ਵੇਖੋ ਬੂਹੇ 'ਚ ਕੋਣੀ ਕੇ ਨਾਲ 15 ਮਰਲੇ ਦਿੱਤੇ। ਉਹ ਪੱਠੇ ਕੌਣ ਬੀਜ ਕੇ, ਉਹ ਬੀਜ ਕੇ ਦਿੰਦੇ ਆ, ਪੁੱਤਰ ਬੀਜ ਕੇ ਦਿੰਦੇ ਆ? ਨਾ ਨਾ ਆਹ ਖਾਇਆ ਸੀ ਮੇਲ ਦੇ ਕੋਲ, ਮੈਂ ਪੱਠੇ ਵੀ ਬੀਜਾਂਗਾ, ਬੀ ਵੀ ਘਰੋਂ ਪਾਵਾਂਗਾ, ਮੈਂ ਬੀਜ ਕੇ ਵੀ ਦਿਆਂਗਾ, ਤੂੜੀ ਵੀ ਆਂਦਾ ਸੀ 4 ਟਰਾਲੀਆਂ ਮੈਂ ਲਾਵਾਂਗਾ, ਕਣਕ ਵੀ ਖਾਣ ਨੂੰ ਮੈਂ 10 ਮਣ ਦਿਆਂਗਾ। ਉਹਨੇ ਕੱਖ ਨਹੀਂ ਦਿੱਤਾ। ਛੋਟਾ ਪੁੱਤਰ ਕਹਿੰਦਾ ਸੀ? ਮੇਰੇ ਪੁੱਤਰ ਆ ਕੇ ਆਇਆ ਮੇਲ। ਤਾਂ ਮਾਤਾ, ਜਿਵੇਂ ਤੁਸੀਂ ਛੋਟੇ ਹੁੰਦੇ ਬਚਪਨ 'ਚ ਪੁੱਤਰਾਂ ਨੂੰ ਪਿਆਰ ਦਿੰਦੇ ਰਹੇ ਹੋ, ਧੀਆਂ ਨੂੰ ਪਿਆਰ, ਜੇ ਅੱਜ ਵੀ ਤੁਸੀਂ ਪਿਆਰ ਸਤਿਕਾਰ ਦੇ ਨਾਲ ਪੇਸ਼ ਆਵੋ, ਹੋ ਸਕਦਾ ਤੁਹਾਡਾ ਮਸਲਾ ਹੱਲ ਹੋ ਜਾਵੇ? ਨਹੀਂ, ਮੈਂ ਹੁਣ ਉਹਦੇ ਨਾਲ ਨਾ ਪਿਆਰ, ਮੈਂ ਉਹਦੇ ਨਾਲ ਜਿੰਨੀ ਮੇਰੇ ਨਾਲ ਉਹਨੇ ਨੂੰਹ ਪੁੱਤਰ ਨੇ ਕੀਤੀ, ਮੈਂ ਕਲਾਮ ਨਹੀਂ ਕਰ ਸਕਦੀ। ਮੈਂ ਉਹਦਾ ਹੱਕ ਲੈਣਾ, ਮੈਂ ਹੱਕ ਲੈਣਾ। ਉਹ ਮੇਰੀ ਧੀ ਲੰਬੂ ਲਾਵੇਗੀ, ਮੈਂ ਲਾਗੇ ਨਹੀਂ ਆਉਂਦੇ। ਜਿੰਨੀ ਕਰ ਰਹੀ ਕੀਤੀ ਸੁਣਾ, ਪਿੰਡ 'ਚੋਂ ਪੁੱਛਿਆ ਜੀ। ਅੱਛਾ, ਤੁਸੀਂ ਆਪਣਾ ਅਗਲਾ ਜਿਹੜਾ ਕਿਰਿਆਕਰਮ ਵੀ ਸੋਚੀ ਬੈਠੇ ਆ ਕਿ ਪੁੱਤਰ ਨਹੀਂ? ਨਾ, ਮੈਨੂੰ ਹੱਥ ਨਾ ਲਾਵੇ। ਮੈਨੂੰ ਜਿੰਨੀ ਕੀਤੀ ਨਾ, ਤੈਨੂੰ ਦੱਸਾਂ ਮੈਂ ਪੁੱਤਰ, ਜਿੰਨਾ ਉਹਨੇ ਮੈਨੂੰ ਗੰਦ ਦਿੱਤਾ ਹੈ ਨਾ, ਮੈਂ ਸਰਦਾਰ ਪਿਓ ਦੀ ਧੀ, 300 ਕਿੱਲੇ ਦੀ ਮਾਲਕ ਦੀ ਧੀ ਹੈ। ਮੇਰਾ ਭਰਾ ਆਇਆ, ਅਸੀਂ ਆ ਭੈਣ ਤੈਨੂੰ ਰੋਟੀ ਦੇਣਾ, ਮੈਂ ਨਹੀਂ ਮਾਲਣਾ ਕੀ ਕਰ ਛੱਡ ਕੇ ਜਾ। ਮੇਰਾ ਭਰਾ ਜੇ ਮੇਰੇ ਤੇ ਜਾਨ ਦਿੰਦਾ, ਇੱਕ ਮੇਰਾ ਛੋਟਾ ਸਾਰਿਆਂ ਤੋਂ ਭਣਵਈਆ, ਇੱਕ ਮੇਰਾ ਭਣੇਵਾ ਆ ਜਿਹੜੇ ਆ ਬੈਠੇ। ਮੇਰਾ ਭਰਾ ਨੇ ਆਖਿਆ ਜਾ, ਗੰਦ ਸੁਣ ਕੇ ਗਿਆ ਹੈ। ਇੱਕ ਵਾਰ ਤਾਂ ਦੂਜੇ ਨਿੱਕਾ ਜਿਹੜਾ ਮਰ ਗਿਆ, ਉਹਦੇ ਸਾਲੇ ਨੂੰ ਇਹਨੇ ਗੱਲ ਪੋਇਆ ਮੇਰੇ ਭਰਾ ਦੇ। ਮਾਤਾ, ਕਿਤੇ ਜ਼ਿੰਦਗੀ 'ਚ ਸੋਚਿਆ ਸੀ ਕਿ ਐਡਾ ਵੱਡਾ ਵਕਤ ਭੋਗਣਾ ਪਊ, ਆਪਣੇ ਕਰਮਾਂ ਨੂੰ ਰੋਣਾ ਪਊ? ਮੇਰਾ ਪਿਤਾ ਮਰਨ ਵਾਲਾ ਦਾ ਸੀ, ਪੁੱਤਰ ਹੁਣ ਤੇਰੀ ਫੇਰ ਪੀ, ਪੁੱਤਰਾਂ ਨੇ ਕੰਮ ਚੁੱਕ ਲਿਆ। ਤੇ ਮੈਂ ਰਾਜ ਦਾ ਵੇਲਾ ਸੀ, ਹੁਣ ਮੈਂ ਬਰਸਾਤ 'ਚ ਪੈ ਕੇ ਤਾਂ ਰੋਂਦੀ ਫਿਰਨੀ। ਮੇਰੇ ਪੱਲੇ ਪੁੱਤਰ ਕੁਝ ਨਹੀਂ ਕਰ ਰਿਹਾ। ਤਾਂ ਮਾਤਾ, ਜਿਹੜੇ 5.5 ਕਿੱਲੇ ਜ਼ਮੀਨ ਬੈ ਲਈ ਸੀ, ਖਰੀਦੀ ਸੀ, ਉਹ ਨਾ- ਉਹ ਤੁਹਾਡੇ ਹੁੰਦਿਆਂ ਖਰੀਦੀ ਸੀ? ਤੁਹਾਡੇ ਪਹਿਲਾਂ ਮੈਂ ਹੱਥੀਂ ਖਰੀਦੀ, ਮੈਂ ਆਪਦੀ ਦਵਾਨੀ ਚੋਂ 10 ਲੱਖ 'ਚ ਪਹਿਲੋਂ ਖਰੀਦੀ ਸੀ। ਜਿੰਨੀ ਮਿਹਨਤ ਕੀਤੀ ਜਣੀ ਤੁਸੀਂ ਸਾਰੇ ਪਰਿਵਾਰ ਨੇ ਮਿਲ ਕੇ? ਮੈਂ ਕਾ ਵੱਢ ਕੇ ਮੈਂ ਬੰਨੇ ਕਈ ਨਾਲ ਆਪ ਛਾਂਗੇ ਨੇ। ਉਹ ਮੁੰਡੇ ਆਖਦੇ ਨੇ ਦੋਵੇਂ ਵੀ ਇਹਨੇ ਕਈ ਮੋਢੇ ਤੇ ਨਹੀਂ ਤਰੀ, ਰਾਤ ਪਾਣੀ ਨਹੀਂ ਲਾਏ। ਮੋਟਰਾਂ ਨਹੀਂ ਚਲਾਈਆਂ ਬਿਲਕੁਲ। ਜਦੋਂ ਮੇਰਾ ਬੰਦਾ ਬੋਤਲ ਸ਼ਰਾਬ ਦੀ ਰੋਜ਼ ਦੀ ਪੀਂਦਾ ਸੀ ਤੇ ਅੱਧਾ ਕਿਲੋ ਨਸ਼ਾ ਪੀਂਦਾ ਸੀ, ਉਦੋਂ ਮੈਂ ਬੰਦੇ ਨੂੰ ਮੋਹਰਾ ਨਾ ਦਿੱਤਾ। ਨਸ਼ਾ ਪੱਤਾ ਜ਼ਿਆਦਾ ਕਰਦਾ ਸੀ ਸਾਡਾ ਸਰਦਾਰ, ਤੇ ਮੈਂ ਬੱਚੇ ਪਾਲ ਕੇ ਮੈਂ ਸਿਰੇ ਚੜਾ। ਜ਼ਮੀਨ ਨਹੀਂ ਗਵਾਈ ਇਹਨੇ। ਮੈਂ ਜ਼ਮੀਨ ਨਹੀਂ ਮਰਲਾ ਵੀ ਗਵਾਈ, ਪਿੰਡ 'ਚੋਂ ਪੁੱਛਿਆ ਜੀ। ਅੱਜ ਉਸੇ ਜ਼ਮੀਨ ਨੂੰ ਤਰਸ ਰਹੇ ਹੋ ਫਿਰ? ਉਸੇ ਨੂੰ ਮੈਂ ਉਸੇ ਸਰਦਾਰ ਨੂੰ ਤਰਸ ਰਹੇ ਹੋ? ਉਸੇ ਸਰਦਾਰ ਨੂੰ ਮੈਂ ਤਰਸ ਰਹੀ ਹਾਂ। ਮੈਂ ਸਰਦਾਰ ਨੂੰ ਕਦੀ ਨਹੀਂ ਸੀ ਆਖਿਆ ਮੱਝ ਵੀ ਚੋ ਦੇ ਜਾਣੇ ਧੱਕੇ ਮਾਰ ਕੇ ਸਾਰੇ ਮੱਥੇ। ਮੱਝ ਵੀ ਚੋ ਲਿਆ, ਮੈਂ ਉਹਨੂੰ ਕਦੀ ਤੰਗੀ ਨਹੀਂ ਸੀ। ਉਹਨੇ ਪੀ ਕੇ ਆਪਦਾ ਚਲੋ ਕੋਈ ਨਾ, ਹੌਸਲਾ ਰੱਖੋ ਮਾਤਾ, ਕੋਸ਼ਿਸ਼ ਕਰਦੇ ਹਾਂ ਕਿ ਤੁਹਾਡਾ ਮਸਲਾ ਹੱਲ ਹੋਵੇ। ਤਾਂ ਦਰਸ਼ਕੋ, ਇਹ ਮਾਤਾ ਜੀ ਹੈ ਜੋ ਆਪਣਾ ਦੁੱਖੜਾ ਰੋ ਰਹੇ ਆ, 3 ਧੀਆਂ ਨਾਲ ਹੈ। ਮਾਤਾ ਜੀ ਦੱਸ ਰਹੇ ਆ ਕਿ ਮੈਂ ਸਰਦਾਰਾਂ ਦੀ ਧੀ ਹਾਂ, ਮੇਰੇ ਮਾਪਿਆਂ ਨੂੰ 300 ਏਕੜ ਜ਼ਮੀਨ ਆਉਂਦੀ ਹੈ। ਮਾਤਾ ਜਿਸ ਘਰ 'ਚ ਵਿਆਹ ਕੇ ਆਈ ਸੀ, ਜਿਸ ਨੂੰ ਪਤੀ ਬਣਾਇਆ ਸੀ, ਉਹਨਾਂ ਕੋਲ ਜੱਦੀ ਪੁਸ਼ਤੀ ਜ਼ਮੀਨ 16 ਕਿੱਲੇ ਆਉਂਦੀ, 16.5 ਕਿੱਲੇ ਆਉਂਦੀ ਸੀ। ਪਰ ਮਾਤਾ ਕਹਿੰਦੀ ਮੈਂ ਇੰਨੀ ਅਣਥੱਕ ਮਿਹਨਤ ਕੀਤੀ, ਆਪ ਹੱਥੀਂ ਮੈਂ ਖੇਤੀ ਕਰਦੀ ਰਹੀ ਹਾਂ, ਕਈ ਆਪ ਮੋਢੇ ਤੇ ਚੁੱਕੀ, ਕਿਉਂਕਿ ਪਤੀ ਨਸ਼ਾ ਕਰਦਾ ਸੀ, ਸ਼ਰਾਬ ਪੀਂਦਾ ਸੀ ਜਾਂ ਕੋਈ ਹੋਰ ਨਸ਼ਾ ਕਰਦਾ ਸੀ, ਉਹ ਖੇਤੀ ਨਹੀਂ ਕਰ ਪਾ ਰਿਹਾ ਸੀ। ਪਰ ਮਾਤਾ ਨੇ ਆਪਣੀ ਇੰਨੀ ਅਣਥੱਕ ਮਿਹਨਤ ਕੀਤੀ, 5.5 ਏਕੜ ਜ਼ਮੀਨ ਲਈ। ਤਾਂ ਇਸ ਤੋਂ ਬਾਅਦ ਪੁੱਤਰਾਂ ਨੂੰ ਵੱਡੇ ਕੀਤਾ, ਪਾਲਿਆ ਪੋਸਿਆ। ਉਹੀ ਪੁੱਤਰ ਅੱਜ ਵੈਰੀ ਬਣ ਗਏ ਨੇ, ਦੁਸ਼ਮਣ ਬਣ ਗਏ ਨੇ। ਮਾਤਾ ਅੱਜ ਆਪਣੇ ਉਸੇ ਪਤੀ ਨੂੰ ਤਰਸ ਰਹੀ ਹੈ, ਮਿਲਣ ਲਈ ਤਰਸ ਰਹੀ ਹੈ, ਜਿਸ ਪਤੀ ਦੇ ਨਾਲ 68 ਵਰੇ ਜ਼ਿੰਦਗੀ ਦੇ ਲੰਘਾਏ ਹੈ। ਅੱਜ ਮਾਤਾ ਨੂੰ ਆਪਣੇ ਢਿੱਡੋਂ ਜੰਮੇ ਪੁੱਤਰ ਦੁਸ਼ਮਣ ਲੱਗ ਰਹੇ ਆ। ਮਾਤਾ ਕਹਿ ਰਹੀ ਹੈ ਕਿ ਜਦੋਂ ਮੇਰੀ ਮੌਤ ਹੋਵੇ, ਜਦੋਂ ਮੈਂ ਇਸ ਜਹਾਨ ਤੋਂ ਕੂਚ ਕਰਾਂ, ਤਾਂ ਮੇਰੇ ਚਿੱਖਾਂ ਨੂੰ ਲਾਂਬੂ ਵੀ ਮੇਰੀ ਧੀ ਲਾਊਗੀ, ਮੇਰੇ ਪੁੱਤਰ ਮੈਨੂੰ ਹੱਥ ਨਾ ਲਾਉਣ। ਐਨੀ ਮਾਤਾ ਨੂੰ ਨਫ਼ਰਤ ਹੋ ਚੁੱਕੀ ਹੈ। ਮਾਤਾ ਦਰ ਦੀਆਂ ਠੋਕਰਾਂ ਖਾ ਰਹੀ ਹੈ। ਮਾਤਾ ਇਨਸਾਫ ਦੀ ਗੁਹਾਰ ਲਾ ਰਹੀ ਹੈ ਕਿ ਮੈਨੂੰ ਮੇਰਾ ਹੱਕ ਦਿੱਤਾ ਜਾਵੇ। ਉਹ ਕਹਿੰਦੀ ਹੈ ਕਿ ਮੈਂ ਜੋ 16.5 ਏਕੜ ਜ਼ਮੀਨ ਤੇ ਵਿਆਹ ਕੇ ਆਈ ਸੀ, ਉਸ ਤੋਂ ਬਣਦਾ ਹਿੱਸਾ ਦਿੱਤਾ ਜਾਵੇ। ਭੈਣ ਹੁਣੀਆਂ ਵੀ ਕਹਿ ਰਹੀਆਂ ਕਿ ਜੇਕਰ ਅਸੀਂ ਮੁੰਡਾ ਹੁੰਦੀਆਂ, ਅਸੀਂ ਉਹਨਾਂ ਭਰਾਵਾਂ ਦੇ 3 ਭਰਾ ਹੋਰ ਹੁੰਦੇ, ਕੀ ਫਿਰ ਉਹ ਜ਼ਮੀਨ ਸਾਡੇ ਹਿੱਸੇ ਵੰਡ ਕੇ ਨਾ ਆਉਂਦੀ? ਕੀ ਸਾਡਾ ਹੱਕ ਮਾਰ ਲਿਆ ਜਾਂਦਾ?
ਭੈਣ ਕਹਿ ਰਹੀ ਹੈ ਕਿ ਮੈਂ 20 ਵਰੇ ਹੋ ਗਏ ਜ਼ਿੰਦਗੀ ਦੇ ਇੱਥੇ ਬੈਠਿਆਂ ਨੂੰ, ਮਾਂ-ਬਾਪ ਦੀ ਸੇਵਾ ਕੀਤੀ ਹੈ, ਪਰ ਮੇਰੇ ਉਹ ਸੇਵਾ ਕੀਤੀ ਦਾ ਮੁੱਲ ਨਹੀਂ ਪਾਇਆ ਜਾ ਰਿਹਾ। ਸੋ ਅਸੀਂ ਉਹਨਾਂ ਮਾਤਾ ਦੇ ਪੁੱਤਰਾਂ ਤੇ ਪੋਤਿਆਂ ਨੂੰ ਅਪੀਲ ਕਰਾਂਗੇ ਔਰ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਆਪਣੇ ਬੁੱਢੇ ਮਾਂ-ਬਾਪ ਨੂੰ ਇਸ ਤਰ੍ਹਾਂ ਨਾ ਰੋਲੋ, ਆਪਣੀਆਂ ਭੈਣਾਂ ਨੂੰ ਇਸ ਤਰ੍ਹਾਂ ਨਾ ਤੜਫਾਓ। ਭੈਣਾਂ ਤੇ ਭਰਾਵਾਂ ਦਾ ਗੂੜਾ ਰਿਸ਼ਤਾ ਹੁੰਦਾ ਹੈ। ਜ਼ਿੰਦਗੀ 'ਚ ਕਦੇ ਵੀ ਭੈਣ ਭਰਾ ਮੁੱਲ ਨਹੀਂ ਖਰੀਦੇ ਜਾ ਸਕਦੇ। ਭੈਣਾਂ ਭਰਾਵਾਂ ਦਾ ਰਿਸ਼ਤਾ ਜਿਹੜਾ ਇਸ ਤਰ੍ਹਾਂ ਤੁਸੀਂ ਨਾ ਤੋੜੋ। ਅਸੀਂ ਉਹਨਾਂ ਵੀਰਾਂ ਦੇ ਨਾਲ, ਉਹਨਾਂ ਪੋਤਿਆਂ ਦੇ ਨਾਲ, ਉਸ ਬਾਪੂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ।